वाहिगुरु साहिब जी। धन धन साहिब श्री गुरु ग्रंथ साहिब जीओ महाराज। कबीर सेवा को दोए भले, एक संत एक राम। राम जो दाता मुक्त को, संत जो पावै नाम। राम जो दाता मुक्त को, संत जो पावै नाम। हम संतन की शरणा, संतन की शरणा, हम संतन की शरणा, संतन की शरणा। शरणा हम संतन की शरणा, 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 हम संतन की शरणा। संतन की ऋण प्यारे, हम संतन की शरणा, हम संतन की ऋण प्यारे, हम संतन की शरणा, हम संतन की ऋण प्यारे, हम संतन की शरणा, हम संतन की ऋण प्यारे, हम संतन की शरणा। हम संतन की ऋण प्यारे, हम संतन की शरणा, हम संतन की ऋण प्यारे, हम संतन की शरणा। हम संतन की ऋण प्यारे, हम संतन की शरणा। संत हमारी ओर सतानी, संत हमारा गहना। हम संतन स्यों बन आई, पूर्व लिखिया पाई, एह मन तेरा पाई रहा। संतन स्यों मेरी लेवा देवी, संतन स्यों व्यवहारा। संतन स्यों हम लाहा खाटिया, हर भगत परे भंडारा। संतन मोको पूंजी सौंपी, तो उतरिया मन का धोखा। धर्मराय अब कहा करे गो, जो फाटे सगलो लेखा। महा आनंद पे सुख पाया, संतन के प्रसादे। कहो नानक हर्षु मन मानिया, रंग रते विश्वमादे। संतां दी माता नू तन तन है बाणी कही। संतां दी माता नू तन तन है बाणी कही। संतां दी माता नू तन तन है बाणी कही। संतां दी माता नू तन तन है बाणी कही। संतां दी माता नू तन तन है बाणी कही। संतां दी माता नू तन तन है बाणी कही। संतां दी माता नू तन तन है बाणी कही। संतां दी माता नू तन तन है बाणी कही। संतां दी माता नू तन तन है बाणी
ਧਨ ਧਨ ਹੈ ਬਾਣੀ ਚੰਗੀ, 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 ਧਨ ਧਨ ਹੈ ਬਾਣੀ ਚੰਗੀ। ਸੰਤਾਂ ਦੀ ਮਾਤਾ ਨੂੰ ਧਨ ਧਨ ਹੈ ਬਾਣੀ, ਸੰਤਾਂ ਦੀ ਮਾਤਾ ਨੂੰ ਧਨ ਧਨ ਹੈ ਬਾਣੀ ਚੰਗੀ, ਸੰਤਾਂ ਦੀ ਮਾਤਾ ਨੂੰ ਧਨ ਧਨ ਹੈ ਬਾਣੀ ਚੰਗੀ, ਸੰਤਾਂ ਦੀ ਮਾਤਾ ਨੂੰ ਧਨ ਧਨ ਹੈ ਬਾਣੀ ਚੰਗੀ, ਸੰਤਾਂ ਦੀ ਮਾਤਾ ਨੂੰ ਧਨ ਧਨ ਹੈ ਬਾਣੀ ਚੰਗੀ, ਸੰਤਾਂ ਦੀ ਮਾਤਾ ਨੂੰ ਧਨ ਧਨ ਹੈ ਬਾਣੀ ਚੰਗੀ। ਦਿਲੋਂ ਮੁਹੱਬਤ ਦੇਣਾ ਸ਼ੇਰੀ ਸੱਚਿਆ ਜਿਨ ਮਨ ਹੋਰ ਮੁਖ ਹੋਰ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਟਿਆ ਤੇ ਇਸ਼ਕ ਖੁਦਾਏ, ਰਤੇ ਇਸ਼ਕ ਖੁਦਾਏ, ਰੰਗ ਨਿਰਾਰ ਕੇ ਵਿਸਰਿਆ ਜਨ ਨਾਮਾ, ਵਿਸਰਿਆ ਜਨ ਨਾਮ, ਤੇ ਭੋਏ ਭਾਰਤੀਏ ਆਪ ਲਿਏ ਲੜ ਲਾਏ, ਆਪ ਲਿਏ ਲੜ ਲਾਏ, ਦਰ ਦਰਵੇਸ਼ ਸੇ ਧਨ ਜਣੇ ਦੀ ਮਾਂ, ਤਿਲ ਧਨ ਜਣੇ ਦੀ ਮਾਂ ਆਏ ਸਫਰ ਸੇ ਪਰਵਤਗਾਰ ਅਪਾਰ, ਪਰਵਤਗਾਹ ਅਪਾਰ ਅਗੰਮ ਬੇਅੰਤ ਤੋਂ ਜਿਨਾ ਪਛਾਤਾ ਸਾਰਿਆ, ਜਿਨਾ ਪਛਾਤਾ ਸਾਰਿਆ ਜੀ ਚੁਮਾ ਪੈਰ ਮੋ ਤੇਰੀ ਪਨਹ ਖੁਦਾਏ, ਤੇਰੀ ਪਨਹ ਖੁਦਾਏ, ਤੂੰ ਬਖਸ਼ੰਦ ਦੀ ਸ਼ੇਖ ਫਰੀਦਾ ਖੈਰ, ਸ਼ੇਖ ਫਰੀਦਾ ਖੈਰ ਦੀਜੈ ਬੰਦ ਦੀ ਸ਼ੇਖ ਫਰੀਦਾ ਖੈਰ। ਗੁਰੂ ਪਿਆਰੇ ਸਾਧ ਸੰਗਤ ਜੀਓ, ਆਓ ਸਭ ਮਾਈ ਭਾਈ ਖੰਡਾਂ ਬ੍ਰਹਮੰਡਾਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਈਏ, ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਕਲਯੁਗ ਦੇ ਭਿਆਨ ਸਮੇਂ ਦੇ ਅੰਦਰ ਸਿਰਸਲਾ ਦੀਆਂ ਸਤ ਸੰਗਤ ਦੀਆਂ ਸੁਭਾਗ ਘੜੀਆਂ ਪ੍ਰਾਪਤ ਹੋ ਰਹੀਆਂ ਨੇ। ਰਤਵਾੜਾ ਸਾਹਿਬ ਦੇ ਇਸ ਪਾਵਨ ਸਥਾਨ ਤੇ ਇਹ 2 ਦਿਨ ਦਾ ਸਮਾਗਮ
16 ਜੂਨ ਅਤੇ 17 ਜੂਨ ਦਾ ਇਕੱਠਾ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ। ਵੈਸੇ ਹਰ ਐਤਵਾਰ ਦੇ ਸਮਾਗਮ ਹੁੰਦੇ ਹਨ, ਪੂਰਨਮਾਸ਼ੀ ਤੇ ਸੰਗਰਾਂਦ ਮਨਾਈ ਜਾਂਦੀ ਹੈ। ਪਿਆਰੇ ਮਹਾਂਪੁਰਸ਼ ਉਹਨਾਂ ਦਾ ਆਗਮਨ ਦਿਵਸ ਜੋ 17 ਜੂਨ ਨੂੰ ਹੁੰਦਾ ਹੈ ਔਰ 16 ਜੂਨ ਦਾ ਐਤਵਾਰ ਹੈ। ਇਸ ਕਰਕੇ 2 ਦਿਨ ਦਾ ਸਮਾਗਮ ਉਸ ਪਿਆਰ ਵਿੱਚ ਹੀ ਸਾਰੀਆਂ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ। ਦਾਸ ਤੋਂ ਪਹਿਲਾਂ ਆਪ ਜੀਆਂ ਨੇ ਰੱਬੀ ਬਾਣੀ ਦੇ ਕੀਰਤਨ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ ਹਨ। ਹੁਣੇ ਹੁਣੇ ਭਾਈ ਹਰਪਾਲ ਸਿੰਘ ਜੀ ਸਨੇਹੀ ਉਹਨਾਂ ਨੇ ਆਪ ਜੀਆਂ ਨੂੰ ਗੁਰਬਾਣੀ ਦੇ ਰਸ ਪਿੰਨੇ ਕੀਰਤਨ ਤੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕੀਤਾ ਹੈ। ਆਓ ਜੋ ਬਾਕੀ ਸਮਾਂ ਹੈ ਉਸ ਨੂੰ ਵੀ ਸਫਲ ਕਰਨ ਵਾਸਤੇ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਸ਼ਬਦ ਨਾਲ ਜੁੜਨ ਦੀ ਖੇਚਲ ਕਰੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਫਰਮਾਨ ਹੈ, ਜਨਮ ਮਰਨ ਦੋਹੋ ਮੈਂ ਨਾਹੀ, ਜਨ ਪਰ ਪੁਕਾਰੀ ਆਏ। ਸੰਸਾਰ ਤਿੰਨਾਂ ਗੁਣਾਂ ਵਿੱਚ ਹੈ, ਤਮੋ ਗੁਣ, ਰਜੋ ਗੁਣ ਤੇ ਸਤੋ ਗੁਣ। ਸੰਸਾਰ ਜਨਮ ਵਿੱਚ ਹੈ, ਮਰਨ ਵਿੱਚ ਹੈ। ਇਸੇ ਸੰਸਾਰ ਦੇ ਅੰਦਰ ਵਾਹਿਗੁਰੂ ਦੇ ਪਿਆਰੇ ਜਿਨ੍ਹਾਂ ਨੂੰ ਸੰਤ, ਮਹਾਂਪੁਰਸ਼, ਭਗਤ, ਗੁਰਮੁਖ, ਬ੍ਰਹਮ ਗਿਆਨੀ ਜਨ ਕਹਿ ਕੇ ਸਤਿਕਾਰ ਸੰਗਤਾਂ ਦੇਂਦੀਆਂ ਹਨ। ਭਾਵ ਸੰਗਤਾਂ ਅੰਦਰ ਸਤਿਕਾਰ ਹੈ। ਐਸੇ ਨਾਮ ਗੁਰੂ ਗ੍ਰੰਥ ਸਾਹਿਬ ਅੰਦਰ ਕਾਫੀ ਆਉਂਦੇ ਹਨ। ਤਾਂ ਉਹ ਸੰਸਾਰ ਵਿੱਚ ਆਉਂਦੇ ਹਨ, ਪਰ ਸੰਸਾਰ ਦਾ ਤੇ ਉਹਨਾਂ ਦਾ ਜਿਵੇਂ ਅਸਮਾਨ ਦਾ ਫਰਕ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ, ਜਨਮ ਮਰਨ ਦੋਹੋਂ ਮੈਂ ਨਾਹੀ। ਸੰਸਾਰ ਜਨਮ ਤੇ ਮਰਨ ਵਿੱਚ ਹੈ। ਵਾਹਿਗੁਰੂ ਦੇ ਪਿਆਰੇ ਜਨਮ ਤੇ ਮਰਨ ਤੋਂ ਰਹਿਤ ਹਨ। ਉਹ ਸਰੀਰ ਧਾਰਨ ਕਰਦੇ ਹਨ ਉਸ ਵਾਹਿਗੁਰੂ ਜੀ ਦੇ ਹੁਕਮ ਨਾਲ, ਤੇ ਹੁਕਮ ਨਾਲ ਹੀ ਪੰਜ ਭੂਤ ਸਰੀਰ ਦਾ ਉਹ ਤਿਆਗ ਕਰਦੇ ਹਨ। ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ ਇੱਕ ਜਗ੍ਹਾ ਫਰਮਾਨ ਕਰਦੇ ਹਨ, ਗੁਰਮੁਖ ਸੱਦੇ ਜਾਣ ਆਵਣ ਕੱਲਿਆਂ। ਜਿਹੜੇ ਗੁਰਮੁਖ ਹਨ ਉਹ ਵਾਹਿਗੁਰੂ ਜੀ ਦੇ ਭੇਜੇ ਹੋਏ ਸੰਸਾਰ ਤੇ ਆਉਂਦੇ ਆ। ਸੰਸਾਰ ਦੇ ਜੀਵ ਕਰਮਾਂ ਦੇ ਬੱਝੇ ਹੋਏ ਹਨ। ਵਾਹਿਗੁਰੂ ਦੇ ਪਿਆਰੇ ਵਾਹਿਗੁਰੂ ਦੇ ਭੇਜੇ ਆਉਂਦੇ ਹਨ। ਜਿਵੇਂ ਇੱਕ ਜੇਲ੍ਹ ਖਾਨਾ ਹੈ, ਉਸ ਜੇਲ੍ਹ ਖਾਨੇ ਦੇ ਅੰਦਰ ਕੈਦੀ ਹਨ ਜਿਹੜੇ ਸਜ਼ਾ ਭੁਗਤ ਰਹੇ ਹਨ। ਆਪਣੀ ਮਰਜ਼ੀ ਨਾਲ ਜੇਲ੍ਹ ਤੋਂ ਬਾਹਰ ਨਹੀਂ ਜਾ ਸਕਦੇ। ਉਸੇ ਜੇਲ੍ਹ ਦੇ ਅੰਦਰ ਡਾਕਟਰ ਆਉਂਦਾ ਹੈ, ਮਰੀਜ਼ਾਂ ਨੂੰ ਦਵਾਈ ਦੇ ਕੇ ਚਲਾ ਜਾਂਦਾ। ਉਸੇ ਜੇਲ੍ਹ ਦੇ ਅੰਦਰ ਵੱਡੇ ਅਫੀਸਰ ਆਉਂਦੇ ਹਨ, ਚੈੱਕ ਕਰਕੇ ਚਲੇ ਜਾਂਦੇ ਹਨ। ਉਹਨਾਂ ਨੂੰ ਆਉਣ ਜਾਣ ਦੀ ਕੋਈ ਰੁਕਾਵਟ ਨਹੀਂ। ਇਸੇ ਤਰ੍ਹਾਂ ਇਹ ਸੰਸਾਰ ਵੀ ਜੇਲ੍ਹ ਖਾਨਾ ਹੈ। ਇਹਦੇ ਵਿੱਚ ਜੀਵ ਕਰਮਾਂ ਦੇ ਕੀਤੇ ਹੋਏ ਫਲ ਭੋਗ ਰਹੇ ਹਨ ਤੇ ਅੱਗੋਂ ਬੀਜ ਰਹੇ ਹਨ। ਜਿਹਾ ਬੀਜੈ ਸੋਲਣਾ ਕਰਮਾ ਸੰਗਲਾ ਕੇ। ਜਿਵੇਂ ਡਾਕਟਰ ਜੇਲ੍ਹ ਦੇ ਅੰਦਰ ਆਰਾਮ ਨਾਲ ਆ ਸਕਦਾ ਹੈ, ਮਰੀਜ਼ਾਂ ਨੂੰ ਦਵਾਈ ਦੇ ਕੇ ਜਾ ਸਕਦਾ ਹੈ, ਇਸ ਤਰ੍ਹਾਂ ਵਾਹਿਗੁਰੂ ਦੇ ਪਿਆਰੇ ਜਿਹੜੇ ਹਨ ਵਾਹਿਗੁਰੂ ਦੇ ਭੇਜੇ ਆਉਂਦੇ ਹਨ।
और वो की करते हैं? कबीर सेवा को दोए भले, एक संत एक राम, राम जो दाता मुक्त को संत जपावै नाम। वो नाम जपाउंदे है, नाम गुरु तो मिलता है। बिन सतगुर नाम ना पाइए, बुझो कर विचार, नानक पूरे भाग सतगुर मिले सुख पाए जो विचार। गुरु घर में जो मर्यादा है, गुरु ग्रंथ साहिब की हजूरी, पंज प्यारे खंडे बाटे का अमृत छका के अमृत की दात बख्शिश करके नाम की दात बख्शते। महापुरुष जिहड़े आप जप के उस अवस्था नूं प्राप्त हो जाते जिसनूं भेद अवस्था कहते हैं। दो तो भगती शुरू होंदी है, एक ते खत्म होंदी है। ਤਾਂ ਉਹ ਫਿਰ ਸੰਸਾਰ ਨੂੰ ਪ੍ਰੇਰਨਾ ਦਿੰਦੇ ਹਨ, ਸੰਤ ਜਪਾਵੈ ਨਾਮ। ਉਹ ਜਨਮ ਤੇ ਮਰਨ ਤੋਂ ਰਹਿਤ ਨੇ। ਪ੍ਰਭ ਕੈ ਸਿਮਰਨ ਕਾਲ ਪਰ ਹਰੈ। ਇਸ ਦਾ ਭਾਵ ਕੀ ਹੈ ਕਿ ਉਹ ਸਰੀਰ ਨਹੀਂ ਹੁੰਦੇ। वाहिर दे हुक्म संसार ते आंदे, जन्म मरण दोहों में नाही, जन पर पुकारी आए। इत्थे जन शब्द आया। ब्रह्म ज्ञानी किसनूं कहंदे है? मन साचा वो साचा सोए, और ना पेखै एक बिन कोय, नानक एह लक्षण ब्रह्म ज्ञानी होए। साध किसनूं कहंदे हैं? साध की शोभा साध बन आई, नानक साध प्रभ भेद न पाई। नौ द्वारे साध साध सदाया। साध भी वो जिहड़ा भेद उहदे विच हो गया, एक रूप हो गया। ब्रह्म ज्ञानी भी उही है, संत भी उही है, भगत भी उही है, गुरसिख गुरमुख भी उही है, ते जन भी उही है। आम असी जन शब्द नूं छोटा जिहा मानने आ, ब्रह्म ज्ञानी नूं वड्डा शब्द मानने आ। पर जन किस नूं आख्या? दस ब्रह्म दे अंदर वचन आउंदा है, हर हर जन दोई एक है, बिब विचार किस ना है। जल ते रंग जो जल ही विखे समाए, हरि ते हरि दे जन दो ना समझो। भगत कबीर जी अपनी बाणी च फरमान करते हैं, अब तो जाय चढ़ै संघासन मिल है सारंग पानी, राम कबीरा एक पे है कोई ना सकै पछानी। उत्थे राम ते कबीर भगत हुण दो नहीं रह गए, हर ते हर जन दो नहीं रह गए। साध ते प्रभु अड अड नहीं, संत ते रब अड अड नहीं, ब्रह्म ज्ञानी ते रब अड नहीं, एक ने। ये अवस्था है। साहब कहते जन्म मरण दोहों में नाही, ये दोहां तो अलग हन, उपर हन। गुरु ग्रंथ साहिब मत एक जगह फरमान आउंदा है, जमन मरण ना तिन कहो जो हर लड़ लागे। जेरे हरि दे लड़ लग गए उहदे च अभेद हो गए। ਜਿਹੜਾ ਸਭ ਤੋਂ ਵੱਡਾ ਜੀਵ ਦਾ ਦੁੱਖ ਹੈ, ਜਿਵੇਂ ਭਾਈ ਸਾਹਿਬ ਕਹਿੰਦੇ ਸੰਸਾਰ ਇਹੋ ਸੰਸਾਰ ਹੈ। ਜਨਮ ਮਰਨ ਵਿੱਚ ਦੁੱਖ ਸਬਾਇਆ, ਤੇ ਜਨਮ ਮਰਨ ਦਾ ਦੁੱਖ ਕਿਉਂ ਹੈ? ਹਉਮੈ ਕਰਕੇ। ਹਉਮੈ ਹੈ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਹੀ ਬੰਧਨਾ ਫਿਰ ਜੋਨੀ ਪਾਏ। ਹਉਮੈ ਰੋ ਮਨੁੱਖ ਕੋ ਦੀਨਾ। ਇਸ ਕਰਕੇ ਸੰਸਾਰ ਜਨਮ ਤੇ ਮਰਨ ਦੇ ਚੱਕਰ ਵਿੱਚ ਹੈ। ਜਿਹੜੇ ਵਾਹਿਗੁਰੂ ਦੇ ਪਿਆਰੇ ਹਨ ਉਹਦੇ ਲੜ ਲਾਗੇ, ਉਹਦੇ ਚ ਅਭੇਦ ਹੋ ਗਏ। ਸਾਹਿਬ ਕਹਿੰਦੇ ਜੰਮਣ ਮਰਨ ਨਾ ਤਿੰਨ ਕਹੋ, ਜੋ ਹਰ ਲੜ ਲਾਗੇ ਉਹਨਾਂ ਨੂੰ ਨਾ ਜਨਮ ਦਾ ਦੁੱਖ ਹੈ ਨਾ ਮਰਨ ਦਾ ਦੁੱਖ ਹੈ, ਕਿਉਂਕਿ ਵਾਹਿਗੁਰੂ ਵਿੱਚ ਅਭੇਦ ਨੇ। ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰ ਪੁਕਾਰੀ ਹੈ। ਉਹ ਕਰਮਾਂ ਦੇ ਬੱਧੇ ਹੋਏ ਸੰਸਾਰ ਤੇ ਨਹੀਂ ਆਉਂਦੇ, ਉਹ ਪਰਪਕਾਰ ਵਾਸਤੇ ਆਉਂਦੇ ਆ।
परमार्थ के कारणे साधन धरा शरीर। जन परोपकारी है। सब तो वड्डा जिहड़ा परोपकार है वह की है, जी दान दे भगती लाइन हर्षों लैन मिलाए। क्योंकि जिहड़ा संसार है ये दुख पा रहा है। गुरु ग्रंथ साहिब दे अंदर एक नहीं नेकां बचन साडे हर सवाल का जवाब, हर दुख का इलाज गुरु महाराज ने बाणी विच दस्सिया। साहिब नूं बेनती करिए, सच्चे पातशाह ये संसार ये जीव दुख क्यों पाउंदे आ? महाराज कहंदे हर के नाम बिना दुख पावे। देखो ना तो बगैर भाई सब दुखी ने, चाहे राजा है, चाहे भिखारी है, अमीर है, गरीब है, सब दुख पाउंदे। सुख हर को नाम सदा सुखदाई। बच्चे नूं भी समझ आ जाती है भाई, पर गल मनण दी है। हुण ये जिहड़ा संसार नाम नूं भुल के दुख पा रहा, ते सब तो वड्डा जिहड़ा दुख है ना वो है जन्म ते मरण दा। हुण आम दुख असीं की मानने, जरा बुखार नाल उतरे असीं बड़े दुखी हैं, किसी चीज़ घाटा पै जाए बड़ा दुख है, असीं इहनूं दुख मानने। वड्डा दुख की है? जन्म ते मरण दा। ये नाम तो बगैर संसार नाम नूं भुल के दुख पा रहा ते वाहे दे प्यारे संसार ते आके जी दान दे भगती लन हर्षों लैन मिलाए। संत जपावै नाम, इस वास्ते संसार ते आउंदे ने साध संगत। उनका सारा जीवन जिहड़ा है परोपकार ही हुंदा है। जिवें दरिया है, दरिया चल रहा है, उहदे च होर नाले पाए जा रहे हैं, कोई गल नहीं, पानी विचों कढ़िया जा रहा है, कोई परवाह नहीं। किन्नियां नूं जीवन दिंदा जांदा है, पशु पंछी जीव जंतु पानी पींदे है, वनस्पति नूं पानी मिल रहा है, वो अपनी चाल तुरिया जांदा है। कदी किसी नूं कहंदा कि मैं बड़ा परोपकार कर रहा। इस तरह रब दे प्यारे ब्रह्म ज्ञानी परोपकार ओ माह उन्होंने अंदर हर वेले परोपकार का महान गिण मिथ के नहीं कि इत्थे वीडियो बननी है, इत्थे साडियां फोटो लैनियां ने, इत्थे साडा नाम होएगा, इत्थे किसी पुछना नहीं। असी दान पुण्य परोपकार उत्थे करिए जिथे कोई साडा नाम होवे ना। बिल्कुल नहीं, इन्हां गल्लां तो उपर हुंदे आ प्यारे। ये गल्लां बहुत छोटे लोगों वास्ते, उन्हां दा सुभाव है। फुल दे कोल कोई भी आ जाए उन्हें सुगंधी देनी है। पानी पाने वाला आवे तां, गोडी करने वाला आवे तां, तोड़न वाला भी फुल दे कोल जदों आउंदा ते फुल अपना सुभाव नहीं छड्डदा, वो सुगंधी देंदा। इस तरह चंदन है, जिथे चंदन सारे सुगंधी पैदा करता है, बांस खाली रह जाता है, बाकी सारे बंस सुगंधी पैदा कर देंदा है। जे चंदन नूं कट्टण वाला आ जाता है, कुहाड़ा कटदा है, पर चंदन की करता है? अपना सुभाव नहीं छड्डदा। उस लोहे दे कुहाड़े दा मूँह भी सुगंधित कर देंदा है भी तू तां मैनूं कट्टिया पर मैं अपना सुभाव नहीं छड्डना। इस तरह रब दे प्यारिਆਂ ਦਾ सुभाव है प्यारिਆਂ। संत कृपाल कृपा जे करे, नानक संत संग निंदक भी तरह। वो अपना सुभाव नहीं छड्डदे। कबीर संत ना छोड़े संत कोट मिले असंत। रब दे प्यारे अपना सुभाव नहीं छड्डदे। कोट करोड़ा असंत, करोड़ा नास्तिक मिल जान ते उन्हां दा कदी मन डोलदा नहीं भी एक पासे करोड़ां ने,
एक पासे सारा संसार हो जावे प्यारिओ, एक पासे रब दा प्यारा कला होवे ते वो अपना मार्ग सच दा नहीं छड्डदा। बढ़ के देख लो, भगत कबीर जी कल्ले सारे बादशाह तक उन्होंने खत्म करने वाले, कि उन्हें सुभाष छड्डिया नहीं छड्डिया। नामदेव जी नूं किहड़ी सजावां दित्तियां गईयां कि उन्हें अपना सुभाष छड्डिया नहीं छड्डिया। प्रहलाद भगत नूं किहड़ी सजा जिहड़ी नहीं मिली कि उन्हें अपना सुभाव छड्डिया, मार्ग छड्डिया नहीं छड्डिया। ये जीवन है रब दे प्यारिਆਂ दा, संतां दा। प्यारे महापुरुषां दे जीवन विच कितनियां घटनावां आईयां, ठंडियां तत्तियां हवावां आईयां, प्यारिओ सच दा मार्ग नहीं छड्डिया। वो परोपकार दे कारज छड्डे ने। आप जी ने धमोट नगर नूं भाग लाया। ये जो धमोट नगर है, ऐसा नगर जिवें विरले नगर हैं। मीरी पीर दे मालक धन गुरु हरगोबिंद साहिब महाराज सच्चे पातशाह इस नगर विच आए, जिथे श्री दमदमा साहब स्थान है। उत्थे उस गुरुद्वारा साहब के थले जगह, क्योंकि सह जगह उच्चियां हो जांदियां, जिथे सच्चे पातशाह जिस थड़े ते बैठे सी, अज जिथे श्री दमदमा साहब गुरु ग्रंथ साहब का प्रकाश उहदे थले वो थड़ा है, जगह है। संगतां दर्शन करदियां ने थले पौड़ियां नहीं उतर के, जिथे मेरे ब्रह्मंडां दे मालक छेवें सतगुरु आए, ते जिथे आप सतगुरु आ जाण उस धरती का कण कण इस प्रकार पवित्र हो जाता है। अज मीरी पीर दे मालक धमोट नगर नूं भाग ला रहे हैं। इस धरती का कण कण पवित्र होया, जिथे जाए बह मेरा सतगुरु सोथान सुहावा राम राम। अज ऐसे पावन स्थान हरमंदर साहब, तरनतार साहब, खंडूर साहब, आनंदपुर साहब, पटना साहब, हजूर साहब, श्री दमदमा साहब, होर अनेक स्थान ऐसे जिथे सतगुरु सच्चे पातशाह जी ने कृपा की है, ते संगतां उस धरती नूं नतमस्तक होंदियां ने कि सतगुरु सच्चे पातशाह इत्थे कृपा की। वो धरती का कण कण पवित्र है। हुण साहिब का बचन आउंदा, जिथे जाए बह मेरा सतगुरु सोथान सुहंदा राम राजे। ते इह भी बचन दा, जिथे बैसन साध जन सोथान सुहंदा। जिथे रब दे प्यारे बैठते वो जगह भी सुहावनी। शिव जी पार्वती तुरे जाते हैं, अगे किथे आ गया, ते शिव जी वो मिट्टी चक चक मत्थे लाउंदे, सिर झुका रहे। पार्वती जी कहती जी दिसदा कुछ नहीं, कर की रहे हो? शिव जी कहते पार्वती किसी रब दे प्यारे ने इत्थे बैठ के बहुत देर तक उस वाहिगुरू जी का प्रभु का नाम जपया है। इस धरती का कण कण पवित्र है। इस धरती दे विचों प्यार की सुगंध आ रही है। धरती का कण कण बोल रहे हैं। अज दे साइंसदान ये गल सिद्ध करके दसते हैं। किसी मकान को चेक करके दसणगे कि जेड़ा बंदा जेड़ा मनुख इस मकान इस कमरे इस रूम में रहिंदा ना उसका सुभाव की है। ध्यान देना, क्योंकि हर बंदा अपना असर चंगा जा माड़ा छड्डदा है। हर चीज का असर हर थां है, चंगा जा माड़ा। राणा सारे महापुरुष बचन करया करदे प्रेमियों, एक मच्छर का दाना छोटा जिहा हुंदा जे जिथे लड़ जावे मलेरिया का असर कितना चिर रहिंदा है। दाना मच्छर का छोटा जिहा ते लड़ जांदा ते मलेरिया का असर कितना चिर है। ते जिथे रब दे प्यारे उस मार्ग की सिर्फ सलाह करते, नाम जपते, बाणी पढ़ते हैं, उनका असर धरती ते क्यों ना होएगा। ते मेरे गुरु ग्रंथ साहिब महाराज कहते जिथे बैसन साध जन सोथान सुहंदा।
इस नगर ते सतगुरु ब्रह्मंडा दे मालक ने कृपा कीती, ये नगर धमोट ते बख्शिश हुई। इस नगर दे किन्ने शहीद होए जिन्हां ने देश कौम धर्म वास्ते अपना आप वारिया। प्यारिओ, अपने वास्ते तो सारे जिउंदे आ, पर जिहड़े शहीद ने जिन्हां ने देश वास्ते कौम वास्ते धर्म वास्ते अपना आप वारिया। क्या जाना कि मरेंगे कैसा मरना हो, जेकर सहबनो ना विसरै तां सहना मरना। मरने ते जगत डरै, जीवै लोड़ै सब कोय, गुर प्रसादी जीवत मरै हुक्मै बूझै सोए। नानक ऐसी मरनी जो मरै तां सद जीवन होए। इस नगर नूं ये भी सुभाग प्राप्त है कि इस नगर दे शहीद होए और इस नगर दे विच ब्रह्म ज्ञानी महापुरुष आए। एक तो वैसे महापुरुष आउंदे, किते मसम वाले महापुरुष इत्थे कीर्तन करते, कई दिन ठहरते। राड़ा सारे महापुरुष आउंदे, होर भी महापुरुष बंदगी वाले जिथे होर दूर दूर जाके गुरसिੱਖੀ ਦਾ नाम ਦਾ प्रचार करते, इस नगर विच भी आउंदे। प्यारे महापुरुष जिन्हां बारे सत्कारयोग बीजी दे पिता संत बाबा हीरा सिंह जी, भाई धीर सिंह जी ने संत शब्द किसी वास्ते बहुत घट वरत्या ते संत हीरा सिंह जी करके ये सत्कार उन्होंने भाई साहब दे रहे हैं। भाव उन्होंने कमाई सी संत बाबा हीरा सिंह जी की, जिन्हों ने 8 साल पहला महापुरुषों के पिता जथेदार बाबा करतार सिंह ने कहा सी ते महापुरुषों के माता माता इंद कौर जी ने कहा सी कि साडे घर बेटी धी आनी है ते तुहाडे घर सपुत्र आना है, उन्होंने संयोग दरगाह होने ते असी हुणे रिश्ता कर रहे हैं, असी रिश्ता कर रहे हैं। साडी बेटी धी दा संयोग है, उहदे नाल महापुरुषों के पिता जथेदार बाबा करतार सिंह दास कई बार स्टेजां ते बेनती करदा है कि जेड़े पहले बुजुर्ग सन उन्हां दा जीवन साधुआं वर्गा सी। दास ने बचपन विच देखिया, आप जी ने भी उन्हां बुजुर्गां दे नाल रह के ते बड़ा कुछ देखिया होएगा। उनका जीवन किस तरह का कि किवें वो रुखी सुखी खा के उस माल का शुकराना करते सन। उन्हां दे अंदर कोई लालसा ही नहीं सी। जे अमीरी है तो हंकार नहीं, तो जे गरीबी है तो उदासी नहीं। देखो, अमीरी है तो हंकार नहीं, अमीरी है तो गरीब की मदद करते सन, गरीबी है तो उदासी नहीं कि की होएगा। और एहो जिहा जीवन सी। एक बार दास नगर जांगले बारखू तो तुरिया हुंदा ते एक बजुर्ग सन सी, ताया जी कहंदे सी, उन्हां दा नाम सी हरनाम सिंह। पिंड दे सन, बड़ा प्यार सी सरजुर्ग ते मैं छोटा जिहा पिछे तुरिया जांदा। मार्च के दिन ने ते गन्ने दी एक छोटा जिहा टुकड़ा डिग्गा होया ते वो फुटिया होया, क्योंकि गर्मी नाल उहदे विचों सलू निकले होए। चक लिया, देखो रस्ते ते पिया, रेते वाला रस्ता ते पिया, चक लिया। इन्हें इत्थे सड़ सुक जाना, इनू खेत च बीजांगे। देखो ये इन्ने गन्ने हो जाणगे। देखो इन्ना ध्यान रखना। ते जदों किते पेड़ां दे विच दाणे इकट्ठे हुंदे सन, किन्ना सत्कार करदे सन, अरदास करके दाणे तोलने। जद उन्होंने कोई फसल बीजनी, अरदास करके बीजनी ते कहना कि हे वाहिगुरू कृपा करियो, आ जिहड़े पंछी जानवर ने ना ये भी खान, प्यारे ये भी खान। इस तरह से ये जीवन से उनका
ਕਿਸੇ ਦੀ ਚੀਜ਼ ਬਗਾਨੀ ਸਾਡੇ ਘਰ ਨਾ ਆ ਜਾਵੇ, ਇੰਨਾ ਧਿਆਨ ਰੱਖਦੇ ਸਾਨੂੰ ਪਿਆਰੇ। ਬੜਾ ਸਾਫ ਸੁੱਚਾ ਜੀਵਨ ਸੀ। ਜਥੇਦਾਰ ਬਾਬਾ ਕਰਤਾਰ ਸਿੰਘ ਜੀ ਜੇ ਘਰ ਦੇ ਵਿੱਚ ਸਾਗ ਬਣਿਆ ਹੁੰਦਾ ਸੀ ਨਾ, ਤੇ ਕਹਿੰਦੇ ਸੀ ਕਿ ਭਾਈ ਆਪਣੇ ਤਾਂ ਸਰੋਂ ਗੰਦਲਾ ਹੈ ਨਹੀਂ, ਇਹ ਸਾਗ ਕਿੱਥੋਂ ਆਇਆ? ਕਿਤੇ ਆਪ ਨਹੀਂ ਕਿਸੇ ਦੇ ਖੇਤ ਤੋਂ ਤੋੜ ਕੇ ਲਿਆਂਦਾ, ਇਹ ਖਾਣਾ ਨਹੀਂ। ਦੇਖੋ, ਤੇ ਜਦੋਂ ਕਣਕ ਦੀ ਕਟਾਈ ਹੁੰਦੀ ਸੀ, ਉਹਨਾਂ ਨੇ ਆਪਣੇ ਖੇਤ ਦੇ ਦੁਆਲੇ ਚੱਕਰ ਮਾਰਨਾ ਦਾਤਰੀ ਹੱਥ 'ਚ ਫੜ ਕੇ। ਜੇ ਆਲੇ ਦੁਆਲੇ ਜਿਹੜਾ ਖੇਤ ਹੈ ਨਾ, ਉਹਦੀਆਂ ਬੱਲੀਆਂ ਛਿੱਟੇ ਜੇ ਆਪਣੇ ਖੇਤ ਕੋਈ ਡਿੱਗਿਆ ਤੇ ਉਹ ਚੱਕ ਕੇ ਉਹਦੇ ਖੇਤ 'ਚ ਸੁੱਟ ਦੇਣੇ। ਵੀ ਇਹ ਕਿਤੇ ਇਹ ਛਿੱਟੇ ਬੱਲੀਆਂ ਬੋਲੀ ਹੈ ਨਾ, ਕਿਤੇ ਛਿੱਟਾ ਕਹਿੰਦੇ ਆ, ਕਿਤੇ ਬੱਲੀ ਕਹਿੰਦੇ ਆ, ਅੱਡ ਅੱਡ ਆਪਣਾ ਇਲਾਕੇ ਦੀ ਬੋਲੀ। ਵੀ ਇਹ ਕਿਤੇ ਇਹ ਛਿੱਟੇ ਇਹ ਬੱਲੀਆਂ ਸਾਡੇ ਦਾਣੇ ਵਿੱਚ ਨਾ ਮਿਲ ਜਾਣ, ਤੇ ਉਹ ਵੇਖ ਵੇਖ ਕੇ ਤੇ ਦੁਆਲੇ ਚੱਕਰ ਲਾ ਕੇ ਤੇ ਚੱਕ ਕੇ ਤੇ ਬਾਹਰ ਖੇਤ 'ਚ ਰੱਖ ਦੇਣੇ। ਇੰਨਾ ਧਿਆਨ ਰੱਖਦੇ ਸੀ ਪਿਆਰੇ। ਇੱਕ ਜੀਵਨ ਸੀ ਉਹਨਾਂ ਦਾ। ਸੋ ਅਸੀਂ ਆਪ ਸੰਤ ਮਹਾਪੁਰਸ਼ ਕਈ ਵਾਰ ਭੇਖ ਨੂੰ ਕਹਿੰਦੇ ਆ, ਨਹੀਂ ਜੀਵਨ ਸੀ ਉਹਨਾਂ ਵੱਡਿਆਂ ਜਿਹੜੇ ਬਜ਼ੁਰਗ ਸਨ। ਕਰੀਬ ਸਾਰੇ ਤੁਹਾਡੇ ਸਾਡੇ ਬਜ਼ੁਰਗ ਜਿਹੜੇ ਵੱਡੇ ਸਨ, ਉਹਨਾਂ ਦਾ ਜੀਵਨ ਦੇਖੀ ਕਿਸ ਤਰ੍ਹਾਂ ਦਾ ਸੀ ਪਿਆਰੇ। ਉਹ ਕਿਵੇਂ ਇਕੱਠੇ ਹੋ ਕੇ ਚੱਲਦੇ ਸਨ, ਇਕੱਠੇ ਹਲ ਚੱਲਦੇ ਸਨ, ਇਕੱਠੇ ਖੂਹ ਵਾਰੀ ਚੱਲਦੇ ਸਨ, ਇਕੱਠੇ ਫੜੇ ਗਾਉਂਦੇ ਸਨ, ਇਕੱਠੇ ਬੈਠਦੇ ਸਨ। ਜੇ ਇੱਕ ਤੇ ਦੁੱਖ ਮੁਸੀਬਤ ਪਿੰਡ ਦੀ ਪੈਂਦੀ ਸੀ, ਸਾਰਾ ਪਿੰਡ ਇਕੱਠਾ ਹੋ ਜਾਂਦਾ ਸੀ ਪਿਆਰੇ। ਅੱਜ ਤੇ ਭਰਾ ਦਾ ਦੁੱਖ ਨਹੀਂ ਬਣਦਾ। ਅੱਜ ਤੇ ਕਿਸੇ ਦਾ ਦੁੱਖ ਕੀ ਮੰਨਣਾ? ਅੱਜ ਤੇ ਕਹਿੰਦੇ ਖੂਨ ਚਿੱਟਾ ਹੋ ਗਿਆ। ਪਿਓ ਪੁੱਤਰ, ਭੈਣ ਭਰਾ, ਨੌ ਸੱਸ, ਮਾਂ ਧੀ, ਇਹ ਰਿਸ਼ਤੇ ਜਿਹੜੇ ਨੇ ਇਹਨਾਂ ਵਿੱਚ ਤਰੇੜਾਂ ਆ ਗਈਆਂ ਪਿਆਰਿਓ। ਪਤੀ ਪਤਨੀ ਦੇ ਆਪਸ ਵਿੱਚ ਵਿਸ਼ਵਾਸ ਖਤਮ ਹੋ ਗਏ। ਇਹ ਸਮਾਂ ਐਸਾ ਆ ਗਿਆ। ਮੈਂ ਬੇਨਤੀ ਕਰ ਰਿਹਾ ਸੀ ਬਜ਼ੁਰਗਾਂ ਨੂੰ, ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ। ਪਿੰਡ ਵਿੱਚ ਇੱਕ ਲੜਕੀ ਦੀ ਸ਼ਾਦੀ ਹੁੰਦੀ ਸੀ, ਇੱਕ ਧੀ ਦਾ ਵਿਆਹ ਐ ਹੁੰਦਾ ਸੀ ਜਿਵੇਂ ਸਾਰੇ ਪਿੰਡ ਦੀ ਧੀ ਦਾ ਵਿਆਹ ਹੈ, ਸਾਰੇ ਲੱਗ ਜਾਂਦੇ ਸੀ ਪਿਆਰ। ਇਹ ਸਮਾਂ ਸੀ। ਦੂਸਰਾ ਦਾ ਜੀਵਨ ਸੀ, ਕਿਸੇ ਦਾ ਹੱਕ ਇੰਨਾ ਵੀ ਸਾਡੇ ਘਰ ਨਾ ਆਇਆ। ਬੜਾ ਧਿਆਨ ਰੱਖਣਾ, ਗਰੀਬ ਦੀ ਮਦਦ ਕਰਨੀ। ਤੇ ਜਥੇਦਾਰ ਬਾਬਾ ਕਰਤਾਰ ਸਿੰਘ ਦਾ ਜੀਵਨ ਬੜਾ ਸਾਫ ਸੁੱਚਾ ਸੀ ਪਿਆਰ। ਜਿਸ ਘਰ ਵਿੱਚ ਮਹਾਪੁਰਸ਼ ਆਏ, ਇਸ ਤੋਂ ਪਹਿਲਾਂ ਇਹਨਾਂ ਦੇ ਵੱਡੇ ਭੈਣ ਜੀ ਜਿਨ੍ਹਾਂ ਨੂੰ ਅਸੀਂ ਭੂਆ ਜੀ ਕਿਹਾ ਕਰਕੇ ਸਤਿਕਾਰ ਕਰਦੇ ਸੀ, ਭੂਆ ਜਸਵੰਤ ਕੌਰ ਜੀ, ਉਹਨਾਂ ਦਾ ਕੀਰਤਨ ਇੰਨਾ ਵਿਰਾਗਮਈ, ਇੰਨੀ ਮਿਠਾਸ, ਥੱਕਦੇ ਨਹੀਂ ਸਨ। ਬਹੁਤ ਜ਼ਿਆਦਾ ਯੂਪੀ 'ਚ ਇੱਕ ਵਾਰ ਗਏ, ਦਾਸ ਨਾਲ ਬੜਾ ਪਿਆਰ ਸੀ ਤੇ ਦਾਸ ਦੀ ਉਮਰ ਛੋਟੀ ਸੀ। ਕਹਿਣ ਲੱਗੇ, ਬੇਟਾ ਲਖਬੀਰ ਸਿੰਘ, ਜੇ ਕੋਈ ਇੱਕ ਵਾਰੀ ਨਾਚ ਗਾਉਣਾ ਦੇਖ ਲਵੇ, ਧਿਆਨ ਦੇਣਾ ਜਰਾ। ਇਹ ਭੂਆ ਜਸਵੰਤ ਕੌਰ ਦਾ ਬਚਨ ਹੈ। ਬੇਟਾ ਜੇ ਇੱਕ ਵਾਰੀ ਕੋਈ ਨਾਚ ਗਾਉਣਾ ਦੇਖ ਲਵੇ ਤੇ 100 ਵਾਰ 100 ਮੁਰਦੇ ਨਾਲ ਕਹਿੰਦੇ ਜਾਵੇ। ਧਿਆਨ ਦੇਣਾ, ਇੱਕ ਵਾਰ ਨਾਚ ਗਾਉਣਾ ਦੇਖ ਲਵੇ ਤੇ 100 ਵਾਰ 100 ਮੁਰਦੇ ਨਾਲ ਸ਼ਮਸ਼ਾਨ ਘਾਟ ਤੇ ਜਾਵੇ ਤੇ ਫੇਰ ਕਿਤੇ ਜਾ ਕੇ ਉਸ ਬਰਾਬਰ ਆਏਗਾ ਬਰਾਬਰ। ਭਾਵ ਇੱਕ ਵਾਰ ਦਾ ਦੇਖਿਆ ਹੋਇਆ ਬੰਦੇ ਨੂੰ ਕਿੰਨਾ ਗਿਰਾ ਦਿੰਦਾ ਹੈ। ਕੈਨੇਡਾ ਵਿੱਚ ਉਹਨਾਂ ਦੀ ਸੰਗਤ ਕਰਕੇ ਗੁਰੂ ਗ੍ਰੰਥ ਸਾਹਿਬ ਨਾਲ ਕਿੰਨੀਆਂ ਸੰਗਤਾਂ ਜੁੜੀਆਂ। ਅੱਜ ਵੀ ਉਹ ਬੀਬੀਆਂ ਕੀਰਤਨ ਕਰਦੀਆਂ, ਭਾਈ ਕੀਰਤਨ ਕਰਦੇ ਆ। ਔਰ ਉਹਨਾਂ ਦੀ ਆਵਾਜ਼ ਇੰਨਾ ਵਿਰਾਗ ਸੀ। ਉਹਨਾਂ ਦੇ ਜੀਵਨ ਦੀ ਇੱਕ ਮੈਂ ਘਟਨਾ ਆਪ ਨੂੰ ਦੱਸਣਾ। ਭੂਆ ਜਸਵੰਤ ਕੌਰ ਜੀ ਮਹਾਪੁਰਸ਼ਾਂ ਦੇ ਵੱਡੇ ਭੈਣ ਜੀ,
ਜਦੋਂ ਕੋਈ ਚੜ੍ਹਾਈ ਕਰ ਜਾਂਦਾ ਸੀ ਤੇ ਕੀਰਤਨ ਕਰਦੇ ਜਾਂਦੇ, ਛੋਟਾ ਵੱਡਾ ਕੋਈ ਹੋਵੇ, ਤੇ ਕਈਆਂ ਨੂੰ ਇਸ ਗੱਲ ਦਾ ਰੋਸ ਵੀ ਆਉਣਾ। ਸਮਾਂ ਆਇਆ ਉਹਨਾਂ ਦੇ ਪਤੀ ਚੜ੍ਹਾਈ ਕਰ ਗਏ, ਉਮਰ ਜਵਾਨ ਹੈ, ਤੇ ਲੋਕ ਕਹਿੰਦੇ ਵੀ ਅੱਜ ਦੇਖਾਂਗੇ, ਹੈ ਅੱਜ ਦੇਖਾਂਗੇ ਜੇ ਸੰਤ ਕੌਰ ਕੀਰਤਨ ਕਰਦੀ ਜਾਂਦੀ ਹੈ। ਸਾਰੇ ਹੈਰਾਨ ਕਿ ਉਹ ਉਸੇ ਤਰ੍ਹਾਂ ਹੀ ਸਾਜਨ ਨਾਲ ਕੀਰਤਨ ਕਰਦੇ ਹੋਏ ਆਪਣੇ ਪਤੀ ਦੀ ਅਰਥੀ ਨਾਲ ਸ਼ਮਸ਼ਾਨ ਘਾਟ ਤੱਕ ਗਏ ਤੇ ਉਸੇ ਤਰ੍ਹਾਂ ਕੀਤਾ ਉਹਨਾਂ ਨੇ। ਇੱਕ ਮਿਸਾਲ ਹੈ ਉਹਨਾਂ ਦੇ ਜੀਵਨ ਦੀ ਪਿਆਰੇ, ਜਿਹੜੀ ਆਮ ਮਿਸਾਲਾਂ ਘੱਟ ਮਿਲਦੀਆਂ ਨਹੀਂ। ਇੱਕ ਜੀਵਨ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਉਹਨਾਂ ਦੇ ਦੋ ਸੁਪੁੱਤਰ ਹੋਏ ਨੇ, ਬਾਬਾ ਕਰਤਾਰ ਸਿੰਘ ਤੇ ਬਾਬਾ ਭਗਵਾਨ ਸਿੰਘ। ਉੱਥੇ ਯੂਪੀ ਬਿਲਕੁਲ ਨਾਲ ਸੀ ਸਾਡੇ, ਤੇ ਬਾਬਾ ਭਗਵਾਨ ਸਿੰਘ ਚੜ੍ਹਾਈ ਕਰ ਗਏ ਤੇ ਉੱਥੇ ਸੰਸਕਾਰ ਹੋਇਆ। ਡਿਪਟੀ ਫਾਰਮ ਪੰਜਾਬ ਤੋਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਹੋਰ ਸਿੰਘ ਵੀ ਗਏ ਤੇ ਸੰਸਕਾਰ ਕਰਕੇ ਉਹ ਵਾਪਸ ਮੁੜੇ। ਆਪ ਜੀ ਨੇ ਪੜ੍ਹਿਆ ਹੋਏਗਾ, ਕੁਝ ਸਾਲਾਂ ਦਾ ਬਚਨ ਹੈ, ਤੇ ਇੱਥੇ ਰਾਜਪੁਰ ਦੇ ਸਰਹੰਦ ਦੇ ਵਿੱਚ ਐਕਸੀਡੈਂਟ ਹੋ ਗਿਆ। 5 ਸਿੰਘ ਚੜ੍ਹਾਈ ਕਰ ਗਏ, ਜਿਨ੍ਹਾਂ ਦੇ ਵਿੱਚ ਸੰਤ ਬਾਬਾ ਗੁਰਬਚਨ ਸਿੰਘ ਜੀ ਦਾ ਪੋਤਰਾ ਭਾਈ ਪ੍ਰੇਮ ਸਿੰਘ, ਵੱਡੇ ਬਾਬਾ ਕਰਤਾਰ ਸਿੰਘ ਜੀ ਦਾ ਉਹ ਲੜਕਾ ਸੀ ਪ੍ਰੇਮ ਸਿੰਘ, ਬਹੁਤ ਚੰਗਾ ਸੀ, ਉਹ ਵੀ ਚੜ੍ਹਾਈ ਕਰ ਗਿਆ। ਹੁਣ ਜਿੱਦਣ ਬਾਬਾ ਭਗਵਾਨ ਸਿੰਘ ਦਾ ਸੰਸਕਾਰ ਹੋਇਆ ਤੇ ਵੱਡਾ ਭਰਾ ਬਾਬਾ ਕਰਤਾਰ ਸਿੰਘ ਬਾਣੀ ਪੜ੍ਹਦਾ, ਤੇ ਕਈਆਂ ਦੇ ਮਨ ਚ ਆਇਆ ਵੀ ਦੇਖੋ ਛੋਟਾ ਭਰਾ ਚੜ੍ਹਾਈ ਕਰ ਗਿਆ ਤੇ ਇਹਨਾਂ ਦੇ ਅੱਖ ਚੋਂ ਹੰਝੂ ਨਹੀਂ ਡਿੱਗੇ। ਤੇ ਕੱਲ ਸਵੇਰੇ ਅਗਲੇ ਸਵੇਰ ਨੂੰ ਭਾਈ ਪ੍ਰੇਮ ਸਿੰਘ ਚੜ੍ਹਾਈ ਕਰਕੇ ਫੋਨ ਆ ਗਿਆ ਤੇ ਬਾਬਾ ਕਰਤਾਰ ਸਿੰਘ ਤੇ ਉਹਨਾਂ ਦੇ ਘਰੋਂ ਬੀਬੀ ਜੀ ਨੇ ਕਿਹਾ ਕਿ ਦੇਖੋ ਅਸੀਂ ਦੂਰ ਆ, ਤੁਸੀਂ ਉਹਦਾ ਸੰਸਕਾਰ ਕਰੋ। ਉਹ ਇੱਥੇ ਰਹਿੰਦੇ ਸੀ ਮੋਗੇ ਦੇ ਲਾਗੇ। ਕਈਆਂ ਦੇਖਿਆ ਵੀ ਹੁਣ ਰੋਂਦੇ ਹੋਣਗੇ। ਬਾਬਾ ਕਰਤਾਰ ਸਿੰਘ ਤੇ ਉਹਨਾਂ ਦੇ ਘਰੋਂ ਬੀਬੀ ਜੀ ਨੇ ਗੁਟਕੇ ਫੜ ਲਏ, ਰਾਮ ਬਾਣੀ ਪੜ੍ਹ ਰਹੇ। ਬਸ ਦੇਖੋ, ਕਹਿੰਦੇ ਹੁਕਮ ਉਸ ਮਾਲਕ ਦਾ। ਕਹਿਣਾ ਸੌਖਾ ਹੈ ਪਿਆਰਿਓ, ਕਿਸੇ ਨੂੰ ਸਮਝਾਉਣਾ ਸੌਖਾ ਹੈ, ਪਰ ਜਦੋਂ ਆਪਣੇ ਉੱਤੇ ਆਉਂਦੀ ਹੈ ਫਿਰ ਪਤਾ ਲੱਗਦਾ ਕਿ ਕਿੱਥੇ ਹੈ। ਜਿਹੜੇ ਇੱਕ ਦਿਨ ਪਹਿਲਾਂ ਕਹਿੰਦੇ ਸੀ ਭਰਾ ਚੜ੍ਹਾਈ ਕਰ ਗਿਆ ਤੇ ਹੰਝੂ ਨਿਕਲ, ਅੱਜ ਰੋਂਦੇ ਹੋਣਗੇ, ਪਰ ਜਾ ਕੇ ਦੇਖਦੇ ਹੈਰਾਨ ਹੁੰਦੇ ਆ ਕਿ ਬਾਬਾ ਕਰਤਾਰ ਸਿੰਘ ਤੇ ਉਹਨਾਂ ਦੇ ਘਰੋਂ ਬੀਬੀ ਜੀ ਐ ਬਾਣੀ ਪੜ੍ਹ ਰਹੇ। ਕਹਿੰਦੇ ਕੋਈ ਨਹੀਂ, ਤੁਸੀਂ ਸੰਸਾਰ ਭੂਆ ਜਸਵੰਤ ਕੌਰ ਜੀ ਆਪਣੇ ਪਤੀ ਦੇ ਨਾਲ ਵੀ, ਅਰਥੀ ਦੇ ਨਾਲ ਵੀ ਕੀਰਤਨ ਕਰਦੇ ਗਏ ਤੇ ਪਿਆਰੇ ਅਖੀਰ ਤੱਕ ਕੀਰਤਨ। ਤੇ ਇਹਨਾਂ ਵਿਰਾਗ ਦਾ ਕੀਰਤਨ, ਐਸਾ ਜੀਵਨ ਸੀ ਮਹਾਪੁਰਸ਼ਾਂ ਦੇ ਵੱਡੇ ਭੈਣ ਜੀ ਦਾ। ਉਸ ਭੈਣ ਨੇ ਵੀਰ ਨੂੰ ਖੜਾਇਆ, ਧਿਆਨ ਦੇਣਾ ਜਰਾ। ਜਿੱਥੇ ਮਾਤਾ ਪਿਤਾ ਐਸੇ, ਉੱਥੇ ਵੱਡੀ ਭੈਣ ਐਸੀ, ਜਿਹਨੂੰ ਅਸੀਂ ਭੂਆ ਜਸਵੰਤ ਕੌਰ ਕਹਿੰਦੇ ਹਾਂ। ਤੇ ਪਿਆਰੇ ਮਹਾਪੁਰਸ਼, ਇਹ ਨਗਰ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਵੀ ਵਿਰਲੇ ਨਗਰ ਜਿੱਥੇ ਗੁਰੂ ਸਾਹਿਬ ਵੀ ਆਏ, ਜਿਸ ਨਗਰ ਦੇ ਸ਼ਹੀਦ ਵੀ ਹੋਏ, ਜਿਸ ਨਗਰ ਦੇ ਐਸੇ ਬ੍ਰਹਮ ਗਿਆਨੀ ਮਹਾਪੁਰਸ਼ ਵੀ ਹੋਏ, ਤੇ ਇਹ ਤਮੋਟ ਨਗਰ ਨੂੰ ਭਾਗ ਲੱਗੇ ਪਿਆਰੇ। ਇਹ ਧਰਤੀ ਜਿਹੜੀ ਹੈ ਇਹ ਭਾਗਾਂ ਵਾਲੀ ਹੋਈ ਨਗਰ ਤਮੋਟ, ਜਿੱਥੇ ਗੁਰੂ ਸਾਹਿਬ ਆ ਜਾਣ ਫਿਰ ਉਹ ਤਾਂ ਅਮਰ ਹੋ ਜਾਂਦਾ ਨਗਰ ਪਿਆਰੇ, ਜਗ੍ਹਾ ਅਮਰ ਹੈ। ਤੇ ਫਿਰ ਸਤਿਗੁਰੂ ਦੀ ਕਿਰਪਾ ਹੋਈ ਤੇ ਇਸ ਨਗਰ ਦੇ ਸ਼ਹੀਦ ਸਿੰਘ ਹੋਏ, ਇਸ ਨਗਰ ਦੇ ਪਿਆਰੇ ਮਹਾਪੁਰਸ਼ ਜਿਨ੍ਹਾਂ ਦੇ ਪਿਆਰ ਵਿੱਚ ਆਪਾਂ ਬੈਠੇ ਹਾਂ, ਜਿਨ੍ਹਾਂ ਨੇ ਇਸ ਸਥਾਨ ਦੀ ਸੇਵਾ ਆਪਣੀ ਹੱਥੀਂ ਕਰਾਈ, ਸਾਰਾ ਜੀਵਨ ਗੁਰੂ ਲੇਖੇ ਲਾਇਆ। ਛੋਟੀ ਉਮਰ ਵਿੱਚ ਹੀ ਆਪ ਉਸ ਮਾਲਕ ਦੀ ਯਾਦ ਵਿੱਚ ਬੈਠ ਗਏ। ਆਮ ਬੱਚਿਆਂ ਦਾ ਸੁਭਾਅ ਹੁੰਦਾ ਹੈ, ਬੱਚਿਆਂ ਨੂੰ ਖੇਡ ਪਿਆਰੀ ਹੁੰਦੀ ਹੈ। ਪਹਿਲੇ ਪਿਆਰ ਲਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ। ਖੇਡ ਪਿਆਰੀ ਸੁਭਾਅ ਹੈ ਨਾ। ਜਦੋਂ ਛੋਟਾ ਬੱਚਾ ਹੈ ਫਿਰ ਉਹਨੂੰ ਛੋਟੀਆਂ ਛੋਟੀਆਂ ਗੱਡੀਆਂ ਚਾਹੀਦੀਆਂ, ਛੋਟੇ ਛੋਟੇ ਜਹਾਜ਼, ਛੋਟੀ ਛੋਟੀਆਂ ਕਾਰਾਂ, ਛੋਟਾ ਜਿਹਾ ਘਰ ਦਿਲ ਪਰਚਦਾ। ਜਿਉਂ ਜਿਉਂ ਵੱਡਾ ਹੁੰਦਾ ਫਿਰ ਵੱਡੀਆਂ ਗੱਡੀਆਂ, ਵੱਡੇ ਘਰ ਚਾਹੀਦੇ ਆ।
रोंदा है, सारी जिंदगी रोंदा है ते रोंदा इस संसार तो चला जाता है। पर जे रब दे प्यारे भगतां तै संसारियां जोड़ कदे ना आया। मारे कहंदे जिहड़े रब दे प्यारे जी उन्हां विच ते संसारी बंदियां विच जिमीं समान दा फर्क है। भगतां तै संसारियां जोड़ कदे ना आया। रब दे प्यारे संसारी बंदियां विच जोड़ किवें आ गया? क्योंकि उन्होंने सुभाव वखरा है। उनकी खुराक होर है, उनकी खुराक होर है प्यारे। हुण बचपन में आम बच्चों को खेड प्यारी होंदी है। महापुरुष छोटी उम्र च अपनी भैन जी को गए, घरों निकल जाते हैं, भैन जी के ख्याल खेडते होंगे, पर नहीं, कित्थे जाते हैं? गन्ने कमाद के खेत च जाके बैठ जाते हैं। अज जिथे गुड़ बनता ना उन्होंने कोलू कहते हैं, माझे वाल बेलना कहते हैं। जेड़ी भट्ठी ते गुड़ काढ़िया जाता है, कढ़ाया थले नूं चुंबा कहते हैं। ते भादरों के दिन बड़ी हुमस होंदी है, वो गन्ने च वड़ के जाके चुंबे दे विच जाके बैठ जाना ते अपना भजन करना, जिथे सप सपोले आम होंदे। ते एक दिन भैन जी फिर पिछे पिछे भी देखी जाता किथे, देखिया मेरा वीर किथे बैठा है सप्पा च, पर उन्होंने कोई डर नहीं लगता, क्योंकि उस वेले अवस्था ऐसी है कि सारे जिक नूं देखदे, ये जीवन से उन्होंने। आप जी इत्थे धमोट जिस वे अमृत वेला हुंदा ना, धमोट नगर दे जिहड़े बजुर्ग वो दसदे जदों दीवान शुरू होया धमोट, हुण तां कोई विरला बजुर्ग रह गया होगा, कहंदे छोटी उम्र च जिस वे अमृत वेले उठदे ते इशनान करके गुरुद्वारा साहिब नूं जांदे ते उच्चे उच्चे शब्द पढ़दे जांदे। ऐ समा उही हुंदा रहो। आ हुण ते घड़ियां आ गईयां, उस कित्थे घड़ियां हुंदियां सी, तारियां दे हिसाब नाल उठदे प्यारे। ते आले दुआले आप जी का नाम लैके कहना भाई उठो, उठन का वेला हो गया है, उठो। हुण आप जी दे शब्द की आवाज सुन के बहुत सारे माई भाई जिहड़े है भाई उठदे, वो जा रहे जी गुरुद्वारा साहिब, उठो। रब दे प्यारे आप जागते हैं तो सुत्या नूं जगाउंदे है प्यारिओ। जिहड़े शरीर करके भी सुते उन्होंने भी, तो जिहड़े मन करके भी सुते, क्यों आप जागते हैं, वो सुत करके जागते। तिन्नी रैनने चमकन तारे, जागन संजना मेरे राम प्यारे प्यारे। राम प्यारे सदा जागे, नाम सिमरै अंध नूं, चरण कमल ध्यान हृदय पर बिसर नाही एक खिनो। उन्हां बारे सतगुर सच्चे पातशाह जी का आ भजन आउंदा है। यही गुरु संसार भरम सुता, सुत्या रैन विहारी, तमो रजो सतो गुण। ये सारा संसार भूख सुता है। जगाए कहता जिहड़ा आप जागदा उही जगा सकता है प्यारे। जिहड़ा आप ही भूख सुता है वह किवें जगाएगा? लख आदमी सुता होवे एक नूं नहीं जगा सकता, एक जागदा होवे लखां सुत्यां नूं जगा सकता। लख मुर्दा पिया होवे एक जीवदे दे बराबर नहीं हो प्यारे। ध्यान देना, नाम तो बगैर मुर्दा है, उस मालिक की जे प्रीत नहीं मुर्दा है। अत सुंदर कुलीन चतुर मुख ज्ञानी तलवंत, मृत कहिए नानका जे प्रीत नहीं भगवंत। ते ऐसे लख मुर्दे नालों एक जिंदा चंगा है। केड़ा जिंदा केड़ा है? जिहदे अंदर उस मालिक की याद है प्यारे। लख दीवा बुझिया होवे एक नहीं जग सकता, एक जगदा होवे लखां बुझिया नूं जगा सकता है। वाहिगुरू प्यारे सुरत करके आप जागते हैं।
ਤੇ ਸਰੀਰ ਦੀ ਨੀਂਦ ਤੋਂ ਵੀ ਜਗਾਉਂਦੇ ਆ ਕਿ ਪਿਆਰਿਓ ਸੰਜਮ ਵਿੱਚ ਰਹੋ, ਬਹੁਤਾ ਖਾਣਾ ਬਹੁਤਾ ਸੌਣਾ ਇਹ ਵੀ ਨਹੀਂ ਮਰਜ਼ਾਦਾ ਵਿੱਚ ਹੈ ਪਿਆਰਿਓ। ਬਿਲਕੁਲ ਨਾ ਸੌਣਾ ਬਿਲਕੁਲ ਨਾ ਖਾਣਾ ਇਹ ਵੀ ਮਰਜ਼ਾਦਾ ਵਿੱਚ ਨਹੀਂ, ਗੁਰੂ ਘਰ ਵਿੱਚ। ਕਈ ਬਿਲਕੁਲ ਖਾਣਾ ਛੱਡ ਦਿੰਦੇ ਆ, ਛੋਡਿਆ ਨ ਕਰੇ ਪਖੰਡ। ਕਈ ਫਿਰ ਬਿਲਕੁਲ ਹੀ ਕਿ ਸੌਣਾ ਹੀ ਨਹੀਂ, ਰੀਸ ਕਰਦੇ ਰੀਸਾਂ ਕਰੇ ਤਨਾੜੀਆਂ ਜੋ ਸੇਵੇ ਦਰ ਖੜੀ। ਨਹੀਂ, ਇੱਥੇ ਤੇ ਮਰਜ਼ਾਦਾ ਵਿੱਚ ਹੈ। ਖਾਣਾ ਕੀ ਹੈ ਬਾਬਾ? ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਧੈ ਤਨ ਪੀੜੀਐ ਮਨ ਵਿੱਚ ਲੈ ਵਕਾਰ। ਸੌਣਾ ਕਿੰਨਾ ਕੁ ਹੈ? ਲੋੜ ਅਨੁਸਾਰ ਉਹਨਾਂ ਸੌਣਾ ਵੀ ਹੈ। ਸੋ ਇਹ ਗੁਰੂ ਘਰ ਦੀ ਮਰਜ਼ਾਦਾ। ਹੁਣ ਰੱਬ ਦੇ ਪਿਆਰੇ ਜਿਹੜੇ ਹੈ, ਜਿਹੜੇ ਸਰੀਰ ਕਰਕੇ ਵੀ ਸੁੱਤੇ ਹੈ, ਉਹਨਾਂ ਨੂੰ ਸਰੀਰ ਦੀ ਨੀਂਦ ਤੋਂ ਵੀ ਜਗਾਉਂਦੇ ਆ ਕਿ ਭਾਈ ਹੁਣ ਜਾਗਣ ਦਾ ਵੇਲਾ। ਜਿਹੜਾ ਸੰਸਾਰ ਸੁਰਤ ਕਰਕੇ ਮਨ ਕਰਕੇ ਸੁੱਤਾ ਹੋਇਆ ਹੈ ਪਿਆਰਿਓ, ਉਹਨਾਂ ਨੂੰ ਵੀ ਜਗਾਉਂਦੇ। ਵੱਡਾ ਕੰਮ ਇਹੀ ਹੈ, ਕਿਉਂਕਿ ਆਪ ਉਹ ਸੁਰਤ ਕਰਕੇ ਜਾਗਦੇ ਹੈ। ਹੁਣ ਮਹਾਂਪੁਰਸ਼ਾਂ ਨੇ ਆਵਾਜ਼ ਦਿੰਦੇ ਜਾਣਾ, ਸ਼ਬਦ ਪੜ੍ਹਦੇ ਜਾਣਾ, ਤੇ ਉਸ ਛੋਟੀ ਅਵਸਥਾ ਦੇ ਵਿੱਚ ਵੀ ਨਾਮ ਜਪਦੇ, ਬਾਣੀ ਪੜ੍ਹਦੇ ਪਿਆਰਿਆ। ਆਪ ਜੀ ਤਾਂ ਕਦੇ ਵੀ ਕੀਰਤਨ ਕਰਦੇ, ਬਾਣੀ ਪੜ੍ਹਦੇ ਥੱਕਦੇ ਨਹੀਂ ਸਨ ਪਿਆਰਿਆ। ਕਹਿਣਾ ਸੀ ਚਾਰਜ ਹੋ ਜਾਂਦੇ। ਆਪ ਜੀ ਨੇ ਦੇਖਿਆ, ਦਾਸ ਨੇ ਦੇਖਿਆ, ਯੂਪੀ ਦੇ ਅੰਦਰ ਜਿਸ ਵੇਲੇ ਦੀਵਾਨ ਲੱਗਦੇ ਸਨ, ਕਈ ਵਾਰ ਅੱਜ ਦਸੰਬਰ ਜਨਵਰੀ ਦੇ ਦਿਨ ਹੋਣੇ, ਝੜੀ ਲੱਗੀ ਹੋਣੀ, ਠੰਡੀ ਹਵਾ ਹੋਣੀ, ਕਿਸੇ को ਆਇਆ ਨਾ ਜਾਣਾ, ਬਹੁਤ ਠੰਡੀ ਹਵਾ ਹਨੇਰੀ ਵਾਂਗੂ ਚੱਲਦੀ, ਮੀਂਹ ਪੈ ਰਿਹਾ, ਸਵਾਰੀਆਂ ਹੈ ਨਹੀਂ ਸਨ, ਕੋਈ ਨਹੀਂ ਆਇਆ। ਇੱਕ ਕਮਰੇ ਵਿੱਚ ਹੀ ਪ੍ਰਕਾਸ਼ ਕਰਕੇ ਜਿੱਥੇ ਦੀਵਾਨ ਦਿੱਤਾ ਹੁੰਦਾ ਸੀ, 5-7 ਜੀ ਬੈਠੇ, ਤਾਂ ਵੀ 2.5-3 ਘੰਟੇ ਦੀਵਾਨ ਲਾਉਣਾ ਮਹਾਂਪੁਰਸ਼ਾਂ। ਕਹਿੰਦੇ ਕੀਰਤਨ ਸਾਡੀ ਭਗਤੀ ਹੈ। ਲੱਖਾਂ ਵਿੱਚ ਵੀ ਲਾਏ ਤੇ ਗਿਣਤੀ ਦੇ 5-7 ਤਾਂ ਵੀ ਉਹਨਾਂ ਵਿੱਚ ਵੀ ਲਾਏ ਪਿਆਰੇ। ਬਿਰਧ ਅਵਸਥਾ ਕਰੀਬ 97-98 ਦਾ ਬਚਨ ਹੈ। ਤੇ ਆਪਣੇ ਜਿਹੜੇ ਕੁਛ ਡੇਰੇ ਦੇ ਕੁਛ ਸੰਗਤ ਦੇ ਪ੍ਰੇਮੀ ਇਕੱਠੇ ਹੋ ਕੇ ਕਹਿੰਦੇ ਮਹਾਂਪੁਰਸ਼ਾਂ ਨੂੰ ਬੇਨਤੀ ਕਰੀਏ ਵੀ ਅਵਸਥਾ ਬਿਰਧ ਹੈ ਤੇ 3 ਘੰਟੇ ਦੀਵਾਨ ਲਾਉਂਦੇ, ਤੇ ਚਲੋ 2 ਘੰਟੇ ਲਾ ਲਿਆ ਕਰਨ, ਜਾਂ 1.5 ਘੰਟਾ ਲਾਉਣ ਨੇ, 2 ਘੰਟੇ ਲਾਉਣ। ਤੇ ਮੈਨੂੰ ਕਹਿੰਦੇ ਜੀ ਭਈ ਨਾਲ ਚੱਲੋ। ਮੈਂ ਕਿਹਾ ਵੀ ਨਾਲ ਤੇ ਚਲਾ ਜਾਣਾ, ਪਰ ਤੁਹਾਨੂੰ ਪਤਾ ਹੈ ਇੱਕ ਵਾਰੀ ਇੱਥੇ ਆਸਾ ਦੀ ਵਾਰ ਲੱਗਦੀ ਹੁੰਦੀ ਸੀ ਸਮਾਗਮ ਨੂੰ 3 ਵਜੇ, ਤੇ ਇਕੱਠੇ ਹੋ ਕੇ ਚਲੇ ਗਏ ਵੀ ਜੇ 4 ਵਜੇ ਸ਼ੁਰੂ ਹੋ ਜਾਵੇ, ਤੇ ਕਿਉਂਕਿ ਜਿਹੜੇ ਸਾਰਾ ਦਿਨ ਸੇਵਾ ਕਰਦੇ ਆ ਉਹੀ ਹੁੰਦੇ ਆ, ਬਾਕੀ ਤਾਂ ਬਾਅਦ ਵਿੱਚ ਆਉਂਦੇ ਆ, ਤੇ ਥੋੜਾ ਟਾਈਮ ਮਿਲ ਜਾਵੇ, ਰਾਤ ਨੂੰ 12 ਵੱਜ ਜਾਂਦੇ ਆ, ਥੋੜਾ ਟਾਈਮ ਮਿਲ ਜਾਵੇ। ਮਹਾਂਪੁਰਸ਼ਾਂ ਨੂੰ ਕਹਿੰਦੇ ਜੀ ਵੀ ਬੇਨਤੀ ਦੱਸੋ ਭਾਈ। ਕਹਿੰਦੇ ਜੀ ਆਸਾ ਦੀ ਵਾਰ 4 ਵਜੇ ਸ਼ੁਰੂ ਹੋ ਜਾਵੇ 3 ਦੀ ਬਜਾਏ, ਤੇ ਥੋੜਾ ਟਾਈਮ ਮਿਲ ਜਾਏਗਾ। ਕਹਿੰਦੇ ਚਾਹੀਦੀ ਤਾਂ 1 ਵਜੇ, ਪਰ 2 ਵਜੇ ਸ਼ੁਰੂ ਕਰਿਆ ਕਰੋ। ਹੁਣ ਉਹ ਫਿਰ ਆਪ ਜੀ ਜਾਣਦੇ ਹੋ ਕਿੰਨੇ ਸਾਲ 2 ਵਜੇ ਆਸਾ ਦੀ ਵਾਰ ਸ਼ੁਰੂ ਹੁੰਦੀ ਸੀ ਪਿਆਰੇ। 2 ਵਜੇ ਕੋਈ 2 ਵਜੇ ਲਾਇਆ ਕਰੋ। ਇੱਕ ਕਹਿਣ ਲੱਗੇ ਜੀ ਮੇਰੇ ਕੋਲ ਨਾ ਨਿਤਨੇਮ ਘੱਟ ਹੁੰਦਾ। ਕਹਿੰਦੇ ਕਿੰਨਾ ਕਰਨਾ? 1.5 ਦੱਸ ਦਿੱਤਾ। ਕਹਿੰਦੇ ਇੰਨਾ ਫਿਰ ਕਰਿਆ ਕਰ, ਜੇ ਘੱਟ ਹੁੰਦਾ ਤਾਂ ਫਿਰ ਪਿਛਲਾ ਪੂਰਾ ਨਹੀਂ ਕਰਨਾ, ਪੂਰਾ ਕਰਿਆ ਕਰ। ਹੁਣ ਕਹਿੰਦੇ ਵੀ ਬੇਨਤੀ ਕਰੀਏ, ਮੈਂ ਵੀ ਤੁਸੀਂ ਕਰ ਲਓ, ਮੈਂ ਤਾਂ ਪਿੱਛੇ ਰਹੂੰਗਾ। ਚਲੋ ਠੀਕ ਹੈ। ਕਹਿੰਦੇ ਜੀ ਆਪ ਜੀ ਦਾ ਸਰੀਰ ਬਿਰਧ ਹੈ, ਤੇ ਆਪ ਜੀ 3 ਘੰਟੇ ਦੀ ਬਜਾਏ 2 ਘੰਟੇ ਲਾ ਲਿਆ ਕਰੋ, ਵੈਸੇ 1.5 ਚਾਹੀਦਾ ਹੈ ਵੀ ਬੇਨਤੀ ਹੈ। ਮਹਾਂਪੁਰਸ਼ ਹੱਸ ਕੇ ਕਹਿੰਦੇ ਯਾਰ ਤੁਹਾਡੀ ਵੀਡੀਓ ਕੈਸਟ 3 ਘੰਟੇ ਦੀ, ਤਾਂ ਮੈਨੂੰ ਸਮਾਪਤੀ ਕਰਨੀ ਪੈਂਦੀ ਹੈ 3 ਘੰਟੇ ਚ। ਕਹਿੰਦੇ ਉਹ ਵੀਡੀਓ ਕੈਸਟਾਂ ਜਿਹੜੀਆਂ ਬਣਦੀਆਂ 3 ਘੰਟੇ ਦੀਆਂ ਹੁੰਦੀਆਂ ਸੀ ਵੱਡੀਆਂ। ਕਹਿੰਦੇ ਤੁਸੀਂ 2 ਘੰਟੇ, ਕਹਿੰਦੇ ਮੈਂ 4 ਘੰਟੇ ਲਾਉਣਾ ਚਾਹੁੰਦਾ। ਆ ਤੁਹਾਡੀਆਂ ਵੀਡੀਓ ਹੀ ਕੈਸਟਾਂ 3 ਘੰਟੇ ਦੀਆਂ, 3 ਘੰਟੇ ਬਾਅਦ ਕਹਿੰਦੇ ਨਾਨਸਾ ਪੜ੍ਹਨਾ। ਇਸ ਤਰ੍ਹਾਂ ਸੀ ਬਿਰਧ ਅਵਸਥਾ ਦੇ ਭਾ ਕਦੀ ਅੱਕਦੇ ਥੱਕਦੇ ਨਹੀਂ ਸੀ ਕੀਰਤਨ ਵਿੱਚ, ਬਾਣੀ ਵਿੱਚ। ਕਦੀ ਇਹ ਨਹੀਂ ਸੀ ਵੀ ਇੰਨੀ ਸੰਗਤ ਬੈਠੀ ਹੈ ਤੇ ਹੁਣ ਕੀਰਤਨ ਕਰਨਾ ਹੈ ਜਾਂ ਅੱਜ ਥੋੜਾ ਨਾ।
कहते कीर्तन साडी भगती है प्यारे। यूपी जिस वे स्थान बने 88 89 एक साल बाद गए आप जी बहुत सारे नाल से तड़के बरसात शुरू हो गई महाप्रसाद सजवा शुरू कर लिया बस जिन्ना मीह जोर नाल उन्नियां उच्चियां सुरां च गाउण सारे कहते भी महापुरुषों बाबा जी मां भाई इन्ना आनंद जब पहली बारी आया इन्नी आवाज इन्ना आसा की आवाज उधर मीह आखे मैं महापुरुष कहते भी तू मैं तो भाई असीं भी रब की बाणी पढ़नी आई जा तू कभी ऐसा नहीं ऐसे जुड़े हुए सन वो ही जोड़ सकते हैं आप जी नाम जपते बाणी पढ़ते प्यारे हो दूसरे को प्रेरणा देंदे बचपन तो ही ऐसा जिवें बचपन दे विच खंडे बरद अमर छकिया आप जी ने अमर छक के रहत बैत जो किन्ने परपक्क सन एक बारी जो धमोड़ दीवान सन आप जी के नाल जिहड़े क्लास फैलो पढ़ते रहे सी खन्ने रहिंदे सी उन्होंने गल दसी सानू इत्थे धमोड़ मंडी में जदों दीवान लगदी सी कहंदे कि छोटी उम्र जब स्कूलों जाते सन ते उत्थे उन्होंने लेख कई बार लिखाउंदे आ कि लेख आ गया जगत झूठ का इत्ते लिखो हुण आप जी ने अपनी कापी ते जिथे जगत झूठ का नाम आउंदा सी उस 3 अखर छड्ड देण ना लिखण अगों लिखण भी ये माड़ा आशीर्वाद ते हानिकारक इस तरह आया जब टीचर ने चैक किया कि जगह छड्डी है हुण क्यों छड्डी भी मैं अपनी कापी ते जगत झूठ का नाम ही नहीं लिखना मेरी कापी भ्रिष्ट हो जाए देखो हुण टीचर मास्टर पुछदा इत्थे की लिखना सी हुण जिहड़े कापी ते लिखदे जबान नाल नां किवें लैणगे प्यारे वो जबाना भी नां नहीं लैंदे मास्टर पुछदा इत्थे की लिखना सी आपे कहणगे इत्थे आ लिखना सी ते हुण जदों स्टूडेंट नां बोले फिर मास्टर तो गुस्सा आउंदा ही है ना पर मास्टर तो गुस्सा आउंदा ही भाई ये की गल है मास्टर ने अपना गुस्सा कर लिया पर अपनी रसना दे नाल ना नहीं लिया जगत झूठ का देखो एक बार बचपन दे विच आप जी का जिहड़ा कंघा सी दुफाड़ हो गया 5 पैर की कैसी जिन्ना चिर दोबारा कंघा लैके जे कंघा जां कड़ा जां कोई कार विसरदा है अरदास करके पैर ने उन्ना चिर प्रशादा नहीं छकना महापुरुषों ने ना रात प्रशादा छकिया ना सवेरे छकिया बचपन च कंघा लिया के दिओ अरदास करके केसा च रख के फिर प्रशादा छकना रहत मर्यादा विच बचपन दे विच किन्ने परपक्क सन तन दी भी रहत ते मन दी भी रहत प्यारे दोवें चीज़ां ये नहीं भी खाली बाहरों रहत प्यारी मुझको सिख प्यारा ना रहनी रहे सोई सिख मेरा वो शायद मैं इसका चेहरा तन दी भी रहत मन दी भी रहत प्यारे दोवें रहत आप जी बचपन दे विच ऐसा जीवन से ऐसा परपक्क सी उस वेले भी आप जी की अवस्था ध्यान देना राणा साहब वाले संत महाराज जी नाल मिलाप जदों पहली बार होया आप जी के माता जी लै गए आप जी की उम्र करीब 16 साल की सी राणा सारे महापुरुषों की शरीर की उम्र जिहड़ी है वो 28 साढ़े 28 साल के करीब सी संगत बैठी कुछ प्रेमी बैठे है आप जी संगत च बैठे राणा सारे महापुरुष पुछते ने आप जी वाल इशारा करके कि तुहाडा की नाम है क्योंकि महापुरुष चाहे राणा साहब वाले चाहे रतवाड़ा साहब वाले जां होर ही बलगे वाले महापुरुष प्यारे उन्हां विच गुण है दूसरे छोटे नूं भी सत्कार नाल बोलना अपने महापुरुष के छोटे तो छोटे नूं बुलाउंदे सी तुसीं की करदे हो वेखो अपने आप को कहना मैं एक बार गया सी मैं इस तरह सी दूसरे छोटे तो छोटे तुसीं की करदे तुहाडे हथ की जकी है वेखो इन्ना सत्कार देंदे सन प्यारे महापुरुष आप जी सारे जानते राणा सारे महापुरुष पुछदे तुहाडा की नाम कि उन्होंने पता नहीं भी कौन ने पता है उडीक विच ने क्योंकि पारखू अख ने देख लिया प्यारे वो तो जानते हैं ये नहीं भी जानते नहीं भी हुण पुछना है
नहीं नहीं नहीं, ये तो कुछ संसार के विच बचन चलने वास्ते बचन चलते हैं, नहीं तो उन्होंने कोई लोड़ नहीं होंदी, वो तो जानते। जदों संत बाबा आया सिंह जी छोटी उम्र संत बाबा करम सिंह जी को गए ने, भाई तेरा तुहाडा की नाम है? कहने मेरा नाम है आया सिंह। बस कहने भाई आया सिंह जी आया, आ गया हुण फिर है, असीं तो उਡੀक रहे सी, जरा आया सिंह आ ही गया, फिर असीं तो उਡੀक रहे सी भाई आया सिंह। ਜਿਹੜੀ ਸੰਗਤ ਉੱਥੇ ਜਾਣੀ ਸੰਤ ਬਾਬਾ ਕਰਮ ਸਿੰਘ ਜੀ ਤੋਂ ਬਾਅਦ ਬਾਬਾ ਆਇਆ ਸਿੰਘ ਨੇ ਕਹਿਣਾ ਕਿ ਭਾਈ ਤੁਸੀਂ ਰੇਰੂ ਸਾਹਿਬ ਚਲੇ ਜਾਓ, ਉੱਥੇ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ, ਕਹਿਣਾ ਸਾਡੇ ਨਾਲ ਉਹਨਾਂ ਦੀ ਕਮਾਈ ਜ਼ਿਆਦਾ ਹੈ। ਦੇਖੋ ਆਇਆ ਸੰਤਾਂ ਦੀ ਨਿਸ਼ਾਨੀ, ਕਹਿਣਾ ਸਾਡੇ ਨਾਲ ਉਹਨਾਂ ਦੀ ਉਹ ਕਮਾਈ 'ਚ ਵੱਡੇ ਨੇ। ਅੱਜ ਸਭ ਕੁਝ ਉਲਟਾ ਹੈ ਪਿਆਰਿਓ, ਅੱਜ ਸਭ ਕੁਝ ਉਲਟਾ ਹੈ। अपने महापुरुषों को किसी ने बाहरों फोन करना जी आप जी आओ फलाने संतां ने, भाई इको ही गल करनी, तुसीं उन्हां दे दुआर सुनो, उन्हां दे कीर्तन सुनो। जे किसी ने कहना जी आप जी बारे आओ कहते कहना भाई वो महापुरुष ने वड्डे ने, गल ही खत्म कर देनी। क्यों कहते कहन लग लैन उस वसा के मालक संत बाबा आया सिंह नूं संगत कहना बाबा जी तुसीं उन्हां दी वडियाई करदे हो, संत बाबा अतर सिंह रेलू साहब वालियां दी, वो किवें वड्डे होए? आ जगह होती मरदान दी, बैठे तुसीं हो, वो वड्डे किवें होए? उन्होंने कहना देखो भाई भगती तो असीं भी करने, वो भी करते हैं, पर वो हल चला के लंगर चलाउंदे ने, हल वाहुंदे ने, नाल हल वाह के गुरु घर दी नाल जमीन बना रहे ने, लंगर चला रहे ने। भाई भगती के नाल वो हल भी चलाउंदे है, उन्होंने कमाई सानों वड्डी है। यह निशानियां महापुरुषों दी प्यारे। दूसरे का सत्कार, महापुरुष कहते भी तुहाडा की नाम है, जानते सब कुछ है पर बचन रहने हैं। आप जी चुप कर गए, दोबारा पूछा, संगत आप जी इशारा करती भी महापुरुष नाम पूछते हैं। राणा साहब महापुरुष कहते भाई खामोश बोलो ना। जब फिर बचन किया तो रतवाड़ा साहब महापुरुषों ने उम्र 16 साल हाथ जोड़ के बेनती की जी आप जी ने जब बचन किया आ जड़े मेरे शरीर का नाम है ये 16 साल तो पिया, ये पक्का ना तो है नहीं। इस तो पहला आ ना सी, इस तो पहला अगे कहते मेरी सुरत पिछे चली गई। किवें नाल बचन किया, जिवें एक खूही चों पानी कढ़न वास्ते पौड़ी दे नाल लज बधी हुंदी है, आम पिंडां विच हुंदी सी, वो खूह दे उत्ते पौड़ी बनाई होनी, उहदे दुआले लज लपेटी हुंदी सी, नाल बाल्टी नाल जां डोल नाल थल्ले आपां घुमा के पानी कढदा। कहते जिवें उस लज नूं घुमा के सारी थल्ले कर दो, खीर ते गंढ आ जाती, खीर ते कहते साडी सुरत उत्थे है, चली गई है। इसका मतलब की है जिथे ना कोई नहीं, ध्यान देना। वो अवस्था केड़ी है? वो बाणी विच आ अवस्था होंदी है, गुरमुख अंतर सहज है, मन चढ़े दसवें आकाश, तिथे ऊंघ ना भुख है, हर अमृत नाम सुख वास, ना दो सुख व्याप्त नहीं, जिथे आत्म राम प्रकाश। वो अवस्था ते उत्थे फिर की ना है? आत्मा सारे परिपूर्ण, मन मेरे जन अपना भरम गवाता, तिसका भाना कोई ना भूला जिन सगलो ब्रह्म पछाता। क्या जी मेरी सुरत उत्थे चली गई। ये स्थूल शरीर है, सूक्ष्म शरीर है, काल शरीर है, आत्मा तिना शरीरां तो परे है। शरीर का मूल मन है, मन का मूल आत्मा है, आत्मा का मूल परमात्मा है। ध्यान देना। अब बाणी विच वचन आउंदा है ना, रंग हस है रंग रोवै, चुप पी कर जाहे, पुराहा नाही किसै केरी, बात सच्चे ना। असी चुप करनू की कहने भी बोलता नहीं, मौन धारण कर ले। नहीं नहीं नहीं,
ਜਿਉਂ ਜਿਉਂ ਨਾਮ ਜਪੋਗੇ ਪਿਆਰਿਓ ਤਿਉਂ ਤਿਉਂ ਸੋਝੀ ਆਏਗੀ ਵੀ ਸੱਚੇ ਪਾਤਸ਼ਾਹ ਸੰਤ ਕੀ ਕਿਰਪਾ ਕਰੇ, ਸਾਨੂੰ ਸਮਝਾ ਕੀ ਰਹੇ। ਅਸੀਂ ਤੇ ਕਈ ਵਾਰ ਆਮ ਅਰਥ ਸਮਝ ਕੇ ਕਰੀ ਜਾਂਦੇ ਹਾਂ। ਚੁੱਪ ਹੀ ਕਰ ਜਾਏ, ਆਮ ਅਰਥ ਕੀ ਹੈ? ਚੁੱਪ ਕਰ ਜਾ ਕੇ ਮੌਨ ਧਾਰਨ ਕਰ ਲਿਆ। ਮਹਾਰਾਜ ਇਸ ਗੱਲ ਮੰਨਦੇ ਹੀ ਨਹੀਂ। ਮੌਨ ਤੇ ਮਨ ਦਾ ਧਾਰਨ ਕਰਨਾ ਹੈ। ਚੁੱਪ ਵੀ ਕਰ ਜਾਏ ਦਾ ਮਤਲਬ ਉਹ ਅਵਸਥਾ ਹੈ। ਰਾੜਾ ਸਾਰੇ ਮਹਾਪੁਰਸ਼ਾਂ ਦੀ ਜਿਹੜੇ ਹੱਥ ਲਿਖਤ ਬਚਨ ਹਨ, ਉਹਦੇ ਬਚਨ ਹੁੰਦਾ ਹੈ ਕਿ ਭਗਤੀ ਕਰਦਿਆਂ ਕਰਦਿਆਂ ਜਦੋਂ ਦੋ ਤੋਂ ਇੱਕ ਹੋ ਜਾਂਦੇ ਹੈ, ਕਹਿੰਦੇ ਫਿਰ ਉਹ ਚੁੱਪ ਕਰ ਜਾਂਦੇ। ਤੇ ਅੱਗੇ ਬਚਨ ਲਿਖਿਆ, ਕਹਿੰਦੇ ਹੁਣ ਅਸੀਂ ਵੀ ਚੁੱਪ ਕਰ ਗਏ। ਬਸ ਉਹ ਅਵਸਥਾ ਦੇ ਬਾਰੇ ਦੱਸਿਆ ਨਹੀਂ ਜਾਂਦਾ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਸੋ ਕਿਆ ਕਰੇ। ਆ ਗੂੰਗਾ ਗੁੜ ਖਾਂਦਾ, ਮਠਿਆਈ ਖਾਂਦਾ, ਕੱਚਾ ਮਾਰ ਲੱਗ ਪੈਂਦਾ, ਦੱਸ ਨਹੀਂ ਸਕਦਾ। ਇਸੇ ਤਰ੍ਹਾਂ ਉਹ ਜਿਸ ਨੂੰ ਉਹ ਆਨੰਦ ਆ ਗਿਆ, ਉਹ ਅਵਸਥਾ ਪ੍ਰਾਪਤ ਹੋ ਗਈ, ਦੱਸਿਆ ਨਹੀਂ ਜਾਂਦਾ। ਕਿਉਂਕਿ ਉਹਦੇ ਬਰਾਬਰ ਕੋਈ ਹੋਰ ਚੀਜ਼ ਹੈ ਨਹੀਂ, ਹੋਰ ਕੋਈ ਰਸ ਹੈ ਹੀ ਨਹੀਂ, ਦੱਸਿਆ ਕੀ ਜਾਵੇ। ਆਮ ਦੱਸਿਆ ਜਾਂਦਾ ਆ ਫਲਾਣੀ ਬਿਲਡਿੰਗ ਵਰਗੀ ਹੈ, ਫਲਾਣਾ ਮਨੁੱਖ ਫਲਾਣੇ ਵਰਗਾ ਹੈ, ਫਲਾਣੀ ਚੀਜ਼ ਵਰਗੀ ਹੈ, ਐਗਜ਼ਾਮਪਲ ਦਿੱਤੀ ਜਾਂਦੀ ਹੈ। ਹੋਰ ਛੋਟੀਆਂ ਵੱਡੀਆਂ ਚੀਜ਼ਾਂ ਦੀਆਂ ਐਗਜ਼ਾਮਪਲਾਂ ਦਿੱਤੀਆਂ ਜਾ ਸਕਦੀਆਂ, ਪਰ ਪਿਆਰੇ ਉਹਦਾ ਦੱਸਿਆ ਨਹੀਂ ਜਾਂਦਾ, ਉਹਦੇ ਬਾਰੇ ਦੱਸਿਆ ਜਾਂਦਾ। ਤੇ ਕਹਿੰਦੇ ਉਹ ਅਵਸਥਾ ਚੁੱਪ ਵੀ ਕਰ ਜਾ। ਉਸ ਅਵਸਥਾ ਦੇ ਮਾਲਕ ਨੇ ਮਹਾਪੁਰਸ਼ ਰਕਾੜਾ ਸਾਹਿਬ ਵਾਲੇ ਕਹਿੰਦੇ ਸਾਡੀ ਸੁਰਤ ਉੱਥੇ ਚਲੀ ਗਈ ਜਿਹਦੇ ਬਾਰੇ ਦੱਸਿਆ ਨਹੀਂ। ਰਾੜਾ ਸਾਰੇ ਮਹਾਪੁਰਸ਼ਾਂ ਨੇ ਨੇਤਰ ਬੰਦ ਕਰ ਲਿਆ। 45 ਮਿੰਟ ਬੈਠੇ ਨੇ, ਨੇਤਰ ਖੁੱਲੇ, ਵਾਹ ਵਾਹ ਕਹਿ ਕੇ ਕਹਿੰਦੇ ਸੁਹਾਗਣ ਦਾ ਮਿਲਾਪ ਸੁਹਾਗਣ ਨੂੰ ਹੋਇਆ। ਸੁਹਾਗਣ ਦਾ ਮਿਲਾਪ ਸੁਹਾਗਣ ਨੂੰ ਹੋਇਆ। ਆ ਬਚਨ ਕੀਤਾ। ਇਹ ਅਵਸਥਾ 16 ਸਾਲ ਦੀ ਉਮਰ ਵਿੱਚ ਸੀ ਆਪ ਜੀ। ਉਸ ਤੋਂ ਕੁਝ ਸਮਾਂ ਬਾਅਦ ਹੁਣ ਆਪ ਜੀ ਕਈ ਬਲਗੀ ਵਾਲੇ ਮਹਾਪੁਰਸ਼ਾਂ ਨੂੰ ਮਿਲੇ, ਪਰ ਜੋ ਪਿਆਰ ਰਾੜਾ ਸਾਲਿਆਂ ਨਾਲ ਉਹਨਾਂ ਨਾਲ ਸੀ ਪਿਆਰ। ਹੋਰ ਵੀ ਕਈ ਮਹਾਪੁਰਸ਼ਾਂ ਨੂੰ ਮਿਲੇ, ਬੜੇ ਬੜੇ ਬਲਗੀ ਵਾਲੇ ਮਹਾਪੁਰਸ਼ ਜਿਨ੍ਹਾਂ ਨਾਲ ਮਿਲਾਪ ਆਪ ਜੀ ਦਾ ਹੋਇਆ। ਪਰ ਰਾੜਾ ਸਾਹਿਬ ਮਹਾਪੁਰਸ਼ਾਂ ਦਾ ਮਿਲਾਪ ਇੱਕ ਐਸਾ ਦਰਗਾਹੀ ਮਿਲਾਪ, ਉਹ ਸਦਾ ਹੀ ਪਿਆਰ, ਸਦਾ ਹੀ ਵਿਰਾਗ ਰਿਹਾ। ਉਸ ਤੋਂ ਕੁਝ ਸਮਾਂ ਬਾਅਦ ਆਪ ਜੀ ਬਠਿੰਡੇ ਵੱਲ ਗਏ। ਇਹ ਬਚਨ ਮਹਾਪੁਰਸ਼ਾਂ ਨੇ ਸਟੇਜ ਤੇ, ਕਿਉਂਕਿ ਮੈਂ ਕਦੇ ਸਟੇਜ ਤੇ ਨਹੀਂ ਮਹਾਪੁਰਸ਼ਾਂ ਕੋਲ ਬਚਨ ਸੁਣਿਆ, ਨਾ ਯੂਪੀ ਨਾ ਇੱਧਰ ਕਦੇ। ਹੋ ਸਕਦਾ ਦਾਸ ਕਿਤੇ ਗੈਰ ਹਾਜ਼ਰ ਹੋਵੇ, ਕਿਤੇ ਦੂਰ ਹੋਣ ਦੱਸਿਆ ਹੋਵੇ, ਪਰ ਮੈਂ ਨਹੀਂ ਸੁਣਿਆ। ਇੱਥੇ ਖੇਤਾਂ 'ਚ ਬੈਠੇ ਹੋਏ ਦਾਸ ਇਕੱਲਾ ਸੀ ਕੋਲ। ਬਹੁਤ ਸਾਰੇ ਐਸੇ ਬਚਨ ਜਿਹੜੇ ਸਮੇਂ ਸਮੇਂ ਮਹਾਪੁਰਸ਼ ਕਰਦੇ, ਰੂਹਾਨੀ ਦੇ ਬਚਨ ਕਰਦੇ, ਹੋਰ ਬਚਨ ਵੀ ਕਰਦੇ। ਇੱਕ ਦਿਨ ਦਾਸ ਮਹਾਪੁਰਸ਼ਾਂ ਦੇ ਕੋਲ ਬੈਠਾ ਤੇ ਬਚਨ ਕਰ ਰਿਹਾ, ਔਰ ਸੰਤ ਗਿਆਨੀ ਭਗਵਾਨ ਸਿੰਘ ਧਮੋਟ ਵਾਲਿਆਂ ਨੇ ਵੀ ਇੰਨਾ ਕੁ ਬਚਨ ਦੱਸਿਆ। ਕਹਿੰਦੇ ਕਿ ਜਦੋਂ ਮੈਂ ਸ੍ਰੀ ਦਮਦਮਾ ਸਾਹਿਬ ਸੰਥਿਆ ਲੈਂਦਾ ਸੀ, ਉਦੋਂ ਆਪਣੇ ਮਹਾਪੁਰਸ਼ ਇੱਧਰ ਬਠਿੰਡੇ ਵੱਲ ਆਏ ਸਨ। ਉਮਰਾਂ ਛੋਟੀਆਂ ਸਨ ਸਾਡੀਆਂ। ਉਹ ਵੀ ਉਹਨਾਂ ਦੱਸਿਆ, ਕਹਿੰਦੇ ਕਿ ਮੈਂ ਅਖੰਡ ਪਾਠ ਸਾਹਿਬ ਕਰਦਾ ਸੀ, ਬਾਣੀ ਪੜ੍ਹਦਾ ਸੀ, ਬਚਪਨ ਦੀ ਆਵਾਜ਼ ਬੜੀ ਹੁੰਦੀ। ਗਿਆਨੀ ਭਗਵਾਨ ਸਿੰਘ ਜੀ ਕਹਿੰਦੇ ਸਾਰਿਆਂ ਕਹਿੰਦੇ ਵਾਹ ਭਾਈ ਵਾਹ, ਵਾਹ ਭਾਈ ਵਾਹ। ਪਰ ਜਦੋਂ ਮੈਨੂੰ ਪਤਾ ਲੱਗਾ, ਮੈਂ ਸੰਥਿਆ ਜਾ ਕੇ ਲੈਣ ਲੱਗਾ ਕਿ ਮੈਂ ਇੱਕ ਦੀ ਪੰਕਤੀ ਵਿੱਚ 4 ਗਲਤੀਆਂ ਕਰਨਾ। ਸੰਥਿਆ ਲੈਣੀ ਇੰਨੀ ਜ਼ਰੂਰੀ ਹੈ ਪਿਆਰਿਓ ਬਾਣੀ ਦੀ, ਨਹੀਂ ਤੇ ਜੋ ਪੱਕ ਗਿਆ ਉਹੀ ਪੱਕ ਜਾਂਦਾ। ਤਾਂ ਕਹਿੰਦੇ ਉਸ ਵੇਲੇ ਸਾਡੇ ਮਹਾਪੁਰਸ਼ ਵੀ ਇੱਧਰ ਬਠਿੰਡੇ ਵੱਲ। ਹੁਣ ਮਹਾਪੁਰਸ਼ਾਂ ਜਿਹੜਾ ਬਚਨ ਕੀਤਾ ਦਾਸ ਨਾਲ, ਕਹਿੰਦੇ ਅਸੀਂ ਇੱਕ ਡਿਊਟੀ ਲੈ ਲਈ। ਡਿਊਟੀ ਕੀ ਲਈ? ਉਹ ਪਿੰਡਾਂ ਦੇ ਟੂਬਿਆਂ ਨੂੰ ਦੇਣਾ। ਤੇ ਜਦੋਂ ਕਹਿੰਦੇ ਡਿਊਟੀ ਸਾਨੂੰ ਮਿਲੀ, ਤੇ ਜਿਹੜੇ ਸੀਨੀਅਰ ਸੀ ਉਹ ਕਹਿਣ ਲੱਗੇ ਕਿ ਇਸ ਤਰ੍ਹਾਂ ਕਰਨਾ ਹੈ ਕਿ ਅੱਧਾ ਟੋਬਾ ਭਰ ਕੇ ਤੇ ਮੂੰਗਾ ਬੰਦ ਕਰ ਦੇਣਾ ਹੈ, ਵੀ ਤੁਹਾਡਾ ਇੰਨਾ ਹੀ ਟਾਈਮ ਹੈ, ਫਿਰ ਪੈਸੇ ਲੈਣੇ, ਫਿਰ ਪਾਣੀ ਦੇਣਾ। ਕਿਉਂ? ਇਹ ਪੈਸੇ ਉਤੋਂ ਤੱਕ ਜਾਣੇ ਹੈ,
अज आम अजकल गल चलती है, कहते इतनी फाइल लाई में इन्ना चिर हो गया दफ्तर दी ते तुरी क्यों नहीं। वह जवाब मिलता कि तुम पहिए नहीं लाए तो तुरेगी किवें, पहिए लाओगे तो तुरेगी। पहिए हम किवें लगते तुहानूं पता ही है, कोई फैल तुरनी किवें लग तो गई है, आ गई है, इनू तोड़ना तुसीं पहिए लाओ, ये थले नोटां दे। ये साडे देश का हाल है। महापुरुषों को कहा गया कि तुसी अद्धा डोबा भर के पानी बंद कर देना है, फिर पैसे लेने, इसी तरह दूसरे पिंडों में करना। क्यों? पैसे उत्तों तक जाने हैं। महापुरुषों ने ड्यूटी संभाल ली। जो वचन महापुरुषों ने दस्या, कहते जिस वे असीं ड्यूटी संभाली ना बाणी पढ़ते नाम जपते, फिर ये कौन ने? रब दे। पानी किसदा? रब दा। इत्थे मतलब कोई नहीं, सगों जे किसी का घट टाइम तां भी टोबा भर देना, भर लो भाई पानी। हुण सारे हैरान हो गए कि पहले तो तरले करते सी, पहले तो भी साडा अद्धा टोबा है, सानूं होर पानी दिओ, ते उन्हां पैसे लेने, तरले कढाउणे। आ रब दा प्यारा, उम्र छोटी है ते कहंदा भर लो, भरी जांदे पैसा कोई नहीं लैंदा। महापुरुषों का वचन है, जीवन ही प्रचार है। स्टेजां ते बोलिया प्रचार नहीं होंदा प्यारिओ, जीवन ही ऐसा वो प्रचार बन जाता है। क्यों? उन्होंने दृष्टि मन साचा मुँह साचा सोया और ना पेखा एक से उनको नानक यह लक्षण ब्रह्म ज्ञानी हुए। ऐसी अवस्था आप जी सिंध विच गए ते रब दा प्यारा किते जावे दुनिया के किसी कोने में भी संत जपावे नाम, खेती करदा तां, दुकान रब दा प्यारा करे तां, बिजनेस करे तां, जॉब करे तां, वो एक बहाना है उत्थे जान का बनता। असली काम संत जपावे नाम। हुण उत्थे नशे तरह तरह के, कोई नसवारा लेंदा, कोई शराबा पींदा, कोई कुछ करदा। महापुरुषों ने आप खेती भी उत्थे कीती, नाल कीर्तन शुरू किया प्यारिया। उन्होंने नशे छुड़ा के उन्होंने अमृत छकाया, गुरबाणी नाल जोड़िया। सरकार जो बीजी भी समा पा के कुछ देर उत्थे चले गए ते जाके कईयां नूं फिर गुरमुखी पढ़ाई, पंजाबी सिखाई, ताकि ये भी बाणी नाल जुड़। एक और आदमी ने देखा, समा सी कणक की कटाई का, बाकी किसानों दी कणकां कट्टियां हुई ने, एक किसान की कणक खड़ी है। विचार की चलते चलते अपने नगर आए, शाम पई सी, आप जी के साथी बाहरों कणक की कटाई करके आ गए। पूछा क्यों भाई थके तो नहीं? कहते नहीं जी दसो। कहते तुसीं किन्ने जाने हो? कहते असीं 29 या 28 हैं। कहते फिर जाओ प्रसादा छक के आओ, एक दातरी साडे वास्ते ले आ गए। कहते साडे पिछे पिछे आ जाओ। रात उत्थे पहुंच गए, जिहड़ा खेत किसान का सी, आले दुआले कणक कट्टी सी, पर वो किसी कारण ख्याल भी पता नहीं की मुश्किल है, यदि कणक पक्की खड़ी है। कहते भाई आ कट्टो, सारे इलाके 29-30 जाने कणक कट के भरे बन दिते। नेड़े नहर से उत्थे इशनान करके साज खोल के ते कीर्तन शुरू कर दिता। हुण अमृत वेले की आवाज़ बड़ी दूर जाती है। जदों कीर्तन की आवाज़ गई तो पिंड वाले उठे भी कौन ने, तुर लगे। कई ने खेत देखा भी आ तो कणक वढ़ गए। कौन वढ़ गए? इन्हों वड्डी है जिहड़े कीर्तन करन रहे हैं। कोई देग बना के आ रहा है, कोई कुछ बना के ले आ रहा है। ऐसा असर होया भी आ ने रब दे प्यारे भी देखो, असी सारा पिंड उसकी मदद नहीं कर सके, तो रब दे प्यारे ने दूसरे नाल लैके देखो रात रात कणक कट दी। सिक्खी का प्रचार होया, जीवन ही प्रचार है। ऐसा जीवन से आप जानदा। संत जपावै नाम, जन्म मरण दूह में नाही, जन पर पकारी आए, जी दान ते भगती लन हर्षों नैन बनाए। वो पर पकार वास्ते संसार ते आउंदे आ प्यारे।
ਉਹ ਸੰਸਾਰ ਦੇ ਜਿੱਥੇ ਵੀ ਜਾਂਦੇ ਆ ਉਹ ਵਿਛੜੀਆਂ ਰੂਹਾਂ ਨੂੰ ਉਸ ਮਾਲਕ ਨਾਲ ਵਾਹਿਗੁਰੂ ਨਾਲ ਸਾਧ ਸੰਗਤ ਜੀ ਜੋੜਦੇ ਹਨ। ਜੀ ਦਾਨ ਦੇ ਭਗਤੀ ਰਣ ਹਰਸ਼ਿਓ ਲੈਣ ਆਏ, ਕਿਉਂਕਿ ਵਾਹਿਗੁਰੂ ਦੇ ਭੇਜੇ ਹੋਏ ਸੰਸਾਰ ਤੇ ਆਉਂਦੇ। ਉਹ ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਲਾਏ, ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਲਾਏ।